ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਮਨ ਕਾ ਕਹਿਆ ਮਨਸਾ ਕਰੈ। ਮਨੁੱਖ ਦੇ ਅੰਦਰ ਮਨ ਹੈ। ਇਹ ਮਾਇਆ ਮਨ ਹੈ ਜਿਹੜਾ ਇਹ ਵਿਚਾਰਾਂ ਦਾ ਸਮੂਹ ਹੈ। ਮਨ ਦੀਆਂ ਕੀਤੀਆਂ ਹੋਈਆਂ ਵਿਚਾਰਾਂ ਦੇ ਉੱਤੇ ਬੁੱਧੀ ਨੇ ਫੈਸਲਾ ਕਰਨਾ ਹੈ ਵੀ ਇਹ ਵਿਚਾਰ ਯੋਗ ਹੈ ਕਿ ਨਹੀਂ ਯੋਗ। ਜਿਵੇਂ ਵੇਦਾਂਤ ਦੇ ਅੰਦਰ ਦੱਸਿਆ ਵਿਕਲਪੋ ਸਿਕਲਪੋ ਮਨਾ, ਮਨ ਦਾ ਕਰਮ ਹੈ ਵਿਕਲਪ ਕਰ ਲੈਣੇ ਜਾਂ ਸੰਕਲਪ ਕਰ ਲੈਣੇ। ਵਿਕਲਪ ਹੁੰਦਾ ਹੈ ਜੋ ਸਾਡੇ ਕੋਲ ਹੈ ਹੁਣ ਨਹੀਂ ਰਿਹਾ, ਉਹ ਗੁਜ਼ਰ ਗਿਆ, ਬੀਤ ਗਿਆ, ਖਰਚ ਹੋ ਗਿਆ। ਤੇ ਸੰਕਲਪ ਹੁੰਦਾ ਹੈ ਕੁਝ ਪ੍ਰਾਪਤੀ ਦੀ ਇੱਛਾ ਜੋ ਨਹੀਂ ਉਹ ਸਾਨੂੰ ਮਿਲ ਜਾਵੇ, ਉਹਨੂੰ ਸੰਕਲਪ ਆਖਿਆ ਜਾਂਦਾ ਹੈ। ਤੇ ਵਿਕਲਪ ਉਹ ਹੁੰਦਾ ਹੈ ਜੋ ਹੈ ਸੀ ਪਰ ਹੁਣ ਨਹੀਂ, ਉਹਦੇ ਦੇ ਉੱਤੇ ਕਲਪਨਾ ਕਰਨੀ ਵੀ ਉਹ ਚੰਗਾ ਸੀ ਅੱਜ ਨਹੀਂ। ਤੇ ਸੰਕਲਪ ਜੋ ਨਹੀਂ ਉਹ ਸਾਨੂੰ ਮਿਲ ਜਾਵੇ। ਬਸ ਇਹ ਦੋ ਵਿਚਾਰਾਂ ਨੇ ਜਿਹੜੀਆਂ ਮਨ ਇਹਨਾਂ ਦੇ ਵਿੱਚ ਉਲਝਿਆ ਰਹਿੰਦਾ ਹੈ। ਬੁੱਧੀ ਨੇ ਇਹਦੇ ਉੱਤੇ ਫੈਸਲਾ ਕਰਨਾ ਹੈ, ਪਰ ਹੋਇਆ ਕੀ ਇਹ ਹੋਇਆ ਇਸ ਦੇ ਉਲਟ ਹੈ। ਮਨ ਜੋ ਵਿਕਲਪ ਤੇ ਸੰਕਲਪ ਕਰਦਾ ਹੈ, ਬੁੱਧੀ ਉਹਨੂੰ ਇੱਛਾ ਬਣਾ ਲੈਂਦੀ ਹੈ। ਮਨ ਕਾ ਕਹਿਆ ਮਨਸਾ ਕਰੇ, ਬੁੱਧੀ ਫਿਰ ਉਹਨੂੰ ਆਪਣੀ ਇੱਛਾ ਬਣਾ ਲੈਂਦੀ, ਉਹਦੇ ਕਹੇ ਦੇ ਅਨੁਸਾਰ ਚੱਲਦੀ ਹੈ। ਜਿਸ ਕਰਕੇ ਇਹ ਜੀਵਨ ਦਾ ਜਿਹੜਾ ਮਕਸਦ ਹੈ ਉਹ ਖਤਮ ਹੋ ਗਿਆ। ਜੀਵਨ ਦਾ ਮਕਸਦ ਸੀ, ਜਿਵੇਂ ਦਾਸ ਨੇ ਕੱਲ੍ਹ ਯੁਜੁਰਵੇਦ ਦਾ ਇੱਕ ਸ਼ਲੋਕ ਪੜ੍ਹ ਕੇ ਵਿਆਖਿਆ ਕੀਤੀ ਸੀ ਕਿ ਵਿਦਿਆ ਜਿਹੜੀ ਇਹ ਇੰਦਰੀਆਂ ਦੇ ਨਾਲ ਪੜ੍ਹੀ ਜਾਂਦੀ ਹੈ। ਅੱਖਾਂ ਇੰਦਰੀ ਨੇ, ਜ਼ੁਬਾਨ ਇੰਦਰੀ ਨੇ, ਸਾਡੀ ਬੁੱਧੀ ਹੈ ਜਿਹੜੀ ਇਹ ਵੀ ਇੱਕ ਇੰਦਰੀ ਹੈ। ਇੰਦਰੀਆਂ ਦੇ ਨਾਲ ਵਿਦਿਆ ਪ੍ਰਾਪਤ ਕੀਤੀ ਜਾਂਦੀ ਹੈ। ਵਿਦਿਆ ਦੀ ਪ੍ਰਾਪਤੀ ਤੋਂ ਅਰਥ ਸਮਝ ਦੇ ਵਿੱਚ ਆਉਂਦੇ ਨੇ। ਅਰਥਾਂ ਨੂੰ ਸਮਝ ਕੇ ਫਿਰ ਅਸੀਂ ਅੱਗੇ ਮਨ ਨੂੰ ਸਮਝਣਾ ਹੈ। ਧਾਰਮਿਕ ਗ੍ਰੰਥ, ਗੁਰੂ ਦਾ ਉਪਦੇਸ਼, ਇਹਨਾਂ ਦੇ ਨਾਲ ਫਿਰ ਅਸੀਂ ਮਨ ਦੀ ਸੋਝੀ ਲੈਣੀ ਹੈ, ਮਨ ਨੂੰ ਸਮਝਣਾ ਹੈ। ਮਨ ਜਿਹੜਾ ਇਹਦੇ ਤੋਂ ਫਿਰ ਅੱਗੇ ਬੁੱਧੀ ਤੱਕ ਅਸੀਂ ਅਪਰੋਚ ਬਣਾਉਣੀ, ਬੁੱਧੀ ਨੂੰ ਸਮਝਣਾ। ਬੁੱਧੀ ਤੋਂ ਫਿਰ ਆਤਮਾ, ਤੇ ਆਤਮਾ ਤੋਂ ਬ੍ਰਹਮ ਆਤਮਾ ਜੋ ਪਾਰਾਵਾਰ ਤੋਂ ਬੇਅੰਤ, ਜਿਸ ਦਾ ਕੋਈ ਅੰਤ ਹੀ ਨਹੀਂ। ਇਹ ਨਾ ਕਰਕੇ ਅਸੀਂ ਵਿਕਲਪਾਂ ਸੰਕਲਪਾਂ ਦੇ ਵਿੱਚ ਆਪਣਾ ਜੀਵਨ ਹੈ ਜਿਹੜਾ ਇਹ ਫਿਰ ਇਸ ਤਰ੍ਹਾਂ ਬਤੀਤ ਕਰਦੇ ਹਾਂ ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਅੱਜ ਚੌਥੀ ਪੌੜੀ ਦੇ ਵਿੱਚ ਸਾਨੂੰ ਦੱਸ ਰਹੇ ਨੇ। ਧੋਤੀ ਉਜਲ ਤਿਲਕ ਗਲ ਮਾਲਾ, ਇਹ ਹੁਣ ਸਰੀਰ ਦੇ ਉੱਤੇ ਇੱਕ ਭੇਖ ਬਣ ਗਿਆ। ਮਨ ਦੀ ਸਮਝ ਕੋਈ ਨਹੀਂ, ਬੁੱਧੀ ਦੀ ਸਮਝ ਕੋਈ ਨਹੀਂ, ਆਤਮਾ ਦੀ ਸਮਝ ਕੋਈ ਨਹੀਂ, ਸਮਝ ਕੋਈ ਵੀ ਨਹੀਂ ਹੈਗੀ। ਪਰ ਇੱਕ ਸਮਝ ਜਿਹੜੀ ਉਹ ਆ ਗਈ ਹੈ ਕਾਹਦੀ, ਵੀ ਜੇ ਮੈਂ ਇਸ ਤਰ੍ਹਾਂ ਦਾ ਭੇਖ ਬਣਾ ਲਵਾਂਗਾ ਤੇ ਫਿਰ ਮੇਰਾ ਇਹ ਜੀਵਨ ਹੈ ਜਿਹੜਾ ਇਹਦੇ ਵਿੱਚ ਮਾਇਆ ਜਿਹੜੀ ਹੈ ਉਹ ਮੇਰੇ ਕੋਲ ਬੜੀ ਹੋ ਜਾਵੇਗੀ। ਧੋਤੀ ਉਜਲ, ਸੋਹਣੀ ਧੋਤੀ ਬੰਨ੍ਹ ਲੈਣੀ, ਤਿਲਕ ਮੱਥੇ ਤੇ ਤਿਲਕ ਲਾ ਲੈਣਾ, ਗਲ ਮਾਲਾ, ਇਹ ਇੱਕ ਧਾਰਮਿਕ ਲਿਬਾਸ ਹੈ। ਭਗਤ ਕਬੀਰ ਜੀ ਨੇ ਇਸ ਤਰ੍ਹਾਂ ਦਾ ਧਾਰਮਿਕ ਲਿਬਾਸ ਵੇਖ ਕੇ ਪਾਵਨ ਸ਼ਬਦ ਉਚਾਰਨ ਕੀਤਾ ਹੈ। ਲੋਗਨ ਰਾਮ ਖਲੋਨਾ ਜਾਣਾ, ਮਾਥੇ ਤਿਲਕ ਹੱਥ ਮਾਲਾ ਬਨ। ਭਗਤ ਜੀ ਕਹਿੰਦੇ ਨੇ ਮੱਥੇ ਤੇ ਤਿਲਕ ਵੀ ਲਾਇਆ ਹੈ ਤੇ ਹੱਥ ਦੇ ਵਿੱਚ ਮਾਲਾ ਵੀ ਪਕੜੀ ਹੋਈ ਹੈ, ਤੇ ਬਾਣਾ ਜਿਹੜਾ ਉਹ ਵੀ ਸਾਧੂ ਸੰਤਾਂ ਵਾਲਾ ਹੈ, ਪ੍ਰਾਪਤੀ ਵਾਲਾ ਹੈ। ਪਰ ਇਹ ਹੈ ਕਾਹਦੇ ਵਾਸਤੇ? ਲੋਗਨ ਰਾਮ ਖਲੋਣਾ ਜਾਣਾ। ਬੱਚੇ ਦਾ ਕੰਮ ਹੈ ਖੇਡਣਾ, ਤੇ ਬੱਚੇ ਨੂੰ ਖੇਡਣ ਵਾਸਤੇ ਖਿਡੌਣੇ ਚਾਹੀਦੇ ਨੇ। ਜਿਹੜੇ ਸਿਆਣੇ ਮਨੁੱਖ ਨੇ ਇਹ ਵੀ ਖੇਡ ਰਹੇ ਨੇ, ਪਰ ਇਹਨਾਂ ਦੇ ਖਿਡੌਣੇ ਜਿਹੜੇ ਨੇ ਇਹ ਵੱਡੇ ਹੋ ਗਏ ਨੇ। ਬੱਚੇ ਸਨ, ਬੱਚਿਆਂ ਦੇ ਖਿਡੌਣੇ ਨਿੱਕੇ ਸਨ,
ਬੱਚਾ ਕਾਹਦੇ ਨਾਲ ਖੇਡਦਾ ਹੈ? ਖਿਡੌਣਾ ਹੈ, ਕਾਰ ਹੈ, ਖਿਡੌਣੇ ਦੇ ਵਿੱਚ ਟਰੈਕਟਰ ਵੀ ਆਉਂਦਾ ਹੈ, ਖਿਡੌਣੇ ਦੇ ਵਿੱਚ ਧਨੁੱਖ ਵੀ ਮਿਲਦਾ ਹੈ, ਖਿਡੌਣੇ ਦੇ ਵਿੱਚ ਰਿਵਾਲਵਰ ਵੀ ਮਿਲ ਜਾਂਦਾ ਹੈ। ਜੋ ਵੱਡੀਆਂ ਚੀਜ਼ਾਂ ਨੇ ਉਹ ਸਾਰੀਆਂ ਦੇ ਖਿਡੌਣੇ ਬਣਾਏ ਹੋਏ ਨੇ, ਉਹ ਬੱਚੇ ਦੇ ਖੇਡਣ ਵਾਸਤੇ ਨੇ, ਤੇ ਵੱਡੀਆਂ ਚੀਜ਼ਾਂ ਵੀ ਖਿਡੌਣੇ ਨੇ, ਇਹ ਸਾਡੇ ਖੇਡਣ ਵਾਸਤੇ ਨੇ। ਪਰ ਭਗਤ ਜੀ ਕਹਿੰਦੇ ਨੇ ਲੋਕਾਂ ਨੇ ਤਾਂ ਰੱਬ ਨੂੰ ਵੀ ਖਿਡੌਣਾ ਬਣਾ ਰੱਖਿਆ। ਦਾਸ ਨੇ ਕੱਲ੍ਹ ਥੋੜ੍ਹੀ ਜਿਹੀ ਬੇਨਤੀ ਕੀਤੀ ਸੀ, ਬੱਚੇ ਨੂੰ ਖੇਡ ਚਾਹੀਦੀ ਹੈ, ਜੇ ਖੇਡ ਨਾ ਮਿਲੇ ਤਾਂ ਉਹ ਆਪਣੇ ਦਾਦੇ ਨੂੰ ਕਹਿ ਦਿੰਦਾ ਹੁਣ ਤੂੰ ਘੋੜਾ ਬਣ ਤੇ ਮੈਂ ਤੇਰੇ ਉੱਤੇ ਸਵਾਰੀ ਕਰਨੀ ਹੈ, ਮੈਨੂੰ ਖੇਡਣ ਨੂੰ ਚਾਹੀਦਾ ਹੈ। ਹੁਣ ਲੋਕਾਂ ਨੇ ਰੱਬ ਨੂੰ ਵੀ ਕਹਿ ਦਿੱਤਾ ਵੀ ਤੂੰ ਖਿਡੌਣਾ ਬਣ ਤੇ ਅਸੀਂ ਤੇਰੇ ਨਾਲ ਖੇਡਣਾ ਹੈ। ਭਗਤ ਕਬੀਰ ਜੀ ਇਹੀ ਗੱਲ ਦੱਸ ਰਹੇ ਨੇ, ਲੋਗਨ ਰਾਮ ਖਿਡੌਣਾ ਜਾਣਾ, ਲੋਕਾਂ ਨੇ ਰੱਬ ਨੂੰ ਖਿਡੌਣਾ ਬਣਾ ਰੱਖਿਆ। ਧੋਤੀ ਉਜਲ ਤਿਲਕ ਗਲ ਮਾਲਾ, ਗਲ ਦੇ ਵਿੱਚ ਮਾਲਾ ਵੀ ਪਾਈ। ਆਪਾਂ ਇਸ ਤਰ੍ਹਾਂ ਕਹਿ ਦਈਏ ਵੀ ਧਾਰਮਿਕ ਲਿਬਾਸ, ਜਿਹੜੀਆਂ ਚੀਜ਼ਾਂ ਧਾਰਮਿਕ ਲਿਬਾਸ ਦੇ ਵਿੱਚ ਸਹਿਯੋਗ ਕਰਦੀਆਂ ਨੇ ਉਹ ਸਾਰੀਆਂ ਹੀ ਧਾਰਨ ਕੀਤੀਆਂ ਹੋਈਆਂ ਹਨ ਜੀ। ਅੰਤਰ ਕ੍ਰੋਧ ਪੜ੍ਹੈ ਨਾਟਸ਼ਾਲਾ, ਤੇ ਧਾਰਮਿਕ ਲਿਬਾਸ ਉੱਪਰੋਂ ਹੈ, ਅੰਦਰ ਤਾਂ ਉਸੇ ਤਰ੍ਹਾਂ ਕ੍ਰੋਧ ਹੈ। ਇਹ ਤਾਮਸੀ ਬਿਰਤੀ ਹੈ, ਤਮੋ ਗੁਣ ਹੈ। ਅੰਦਰ ਕ੍ਰੋਧ ਹੈ, ਅੰਤਰ ਕ੍ਰੋਧ। ਪੜ੍ਹੈ ਨਾਟਸ਼ਾਲਾ, ਪੜ੍ਹਦਾ ਹੈ, ਬੜੇ ਤਿੱਖੇ ਸ਼ਬਦ ਨੇ, ਥੋੜਾ ਹਜਮਾ ਰੱਖਣਾ, ਹਜਮ ਕਰਨੇ ਪੈਣਗੇ। ਵੇਖੋ ਮੈਂ ਵੀ ਪੜ੍ਹਦਾ, ਬਾਣੀ ਪੜ੍ਹਦੇ ਆਪਾਂ, ਸਾਰੇ ਨਾਮ ਜਪਦੇ ਹਾਂ, ਸਾਰੇ ਜਿਤਨਾ ਵੀ ਧਾਰਮਿਕ ਜਗਤ ਤੇ ਕੁਝ ਨਾ ਕੁਝ ਆਪਣੇ ਇਸ਼ਟ ਦੁਆਰਾ, ਗੁਰੂ ਦੁਆਰਾ ਲਿਖਿਆ ਹੋਇਆ ਸ਼ਬਦ, ਬਾਣੀ, ਮੰਤਰ, ਮਾਤਰਾ, ਇਹ ਸਾਰੀਆਂ ਵਿਧੀਆਂ ਪੜ੍ਹਨ ਵਾਲੀਆਂ ਨੇ ਤੇ ਇਹਨਾਂ ਨੂੰ ਪੜ੍ਹਦਾ ਹੈ। ਨਟਸ਼ਾਲਾ, ਜਿਵੇਂ ਪਾਠਸ਼ਾਲਾ, ਜਿੱਥੇ ਪਾਠ ਪੜ੍ਹਾਇਆ ਜਾਵੇ ਉੱਥੇ ਉਹਨੂੰ ਆਖਿਆ ਜਾਂਦਾ ਹੈ ਪਾਠਸ਼ਾਲਾ। ਆਪ ਨੂੰ ਸਮਝ ਆਵੇ ਵੀ ਨਾਟਸ਼ਾਲਾ ਚੀਜ਼ ਕੀ ਹੈ। ਜਿੱਥੇ ਪਾਠ ਪੜ੍ਹਾਇਆ ਜਾਂਦਾ ਹੈ ਨਾ ਉਹਨੂੰ ਆਖਿਆ ਜਾਂਦਾ ਹੈ ਪਾਠਸ਼ਾਲਾ। ਅੱਜ ਕੱਲ੍ਹ ਆਪਾਂ ਸਕੂਲ ਆਖਣ ਲੱਗ ਗਏ, ਲੇਕਿਨ ਸਕੂਲ ਸ਼ਬਦ ਜਿਹੜਾ ਇਹ ਅੰਗਰੇਜ਼ੀ ਦਾ ਹੈ, ਸਾਡਾ ਸ਼ਬਦ ਨਹੀਂ ਹੈਗਾ। ਕਈ ਅੰਗਰੇਜ਼ੀ ਦੇ ਸ਼ਬਦ ਨੇ, ਬੜੇ ਸੌਖੇ ਨੇ, ਅਸੀਂ ਉਹਨੂੰ ਆਪਣੀ ਪੰਜਾਬੀ ਬੋਲੀ ਦੇ ਵਿੱਚ ਰਲਾ ਲਿਆ ਹੈ। ਬੈਕ ਸ਼ਬਦ ਹੀ ਬੜਾ ਸੌਖਾ ਸ਼ਬਦ ਹੈ, ਸਾਨੂੰ ਪਿਛਾਂ ਆਖਣਾ ਔਖਾ ਲੱਗਦਾ, ਬੈਕ ਆਖਣਾ ਸੌਖਾ ਲੱਗਦਾ। ਅਸੀਂ ਕਹਿੰਦੇ ਹਾਂ ਬੈਕ ਕਰ ਲਾ, ਭਾਵੇਂ ਪਤਾ ਨਾ ਹੀ ਹੋਵੇ ਵੀ ਇਹ ਸਪੈਲਿੰਗ ਇਹਦੇ ਕੀ ਨੇ ਤੇ ਲਿਖਿਆ ਕਿਵੇਂ ਜਾਏਗਾ, ਪਰ ਬੋਲ ਦਿੰਦੇ ਹਾਂ। ਇਸੇ ਤਰ੍ਹਾਂ ਸਕੂਲ, ਇਹਦਾ ਨਾਂ ਹੈ ਪਾਠਸ਼ਾਲਾ, ਜਿੱਥੇ ਪਾਠ ਪੜ੍ਹਾਇਆ ਜਾਂਦਾ ਹੈ। ਹੁਣ ਨਾਟਸ਼ਾਲਾ ਕੀ ਹੈ? ਜਿੱਥੇ ਰੱਬ ਨੂੰ ਠੱਗੀਆਂ ਮਾਰਨੀਆਂ ਸਿਖਾਈਆਂ ਜਾਂਦੀਆਂ ਨੇ। ਨਾਟ ਸ਼ਬਦ ਜਿਹੜਾ ਇਹ ਨਟ ਤੋਂ ਆਇਆ ਹੈ, ਤੇ ਨਟ ਜਿਹੜਾ ਇਹ ਬਾਜੀ ਪਾ ਕੇ ਤਮਾਸ਼ਾ ਕਰਕੇ ਲੋਕਾਂ ਤੋਂ ਧਨ ਇਕੱਠਾ ਕਰਦਾ ਹੈ। ਮੈਂ ਇੱਕ ਵਾਰੀ ਮਾਫੀ ਪਹਿਲੋਂ ਮੰਗ ਲਾਂ, ਜੇ ਮੈਂ ਇਹਦੇ ਅਰਥ ਨਹੀਂ ਕਰਾਂਗਾ ਤੇ ਫਿਰ ਮੈਂ ਗੁਰੂ ਦਾ ਦੋਸ਼ੀ ਹਾਂ, ਗੁਰੂ ਦਾ ਗੁਨਾਹਗਾਰ ਹਾਂ। ਜੇ ਅਰਥ ਕਰਾਂਗਾ ਤੇ ਫਿਰ ਭਾਈ ਥੋੜ੍ਹੇ ਜਿਹੇ ਆਪਾਂ ਨੂੰ ਹਜਮ ਕਰਨੇ ਪੈਣਗੇ। ਜਿਵੇਂ ਪਿਛਲਾ ਸ਼ਬਦ ਆਇਆ ਸੀ ਧੰਨ ਗੁਰੂ ਨਾਨਕ ਦੇਵ ਜੀ ਦਾ, ਤੇ ਇੱਕ ਅਸ਼ਟਪਦੀ ਤੇ ਆਪਾਂ ਨੇ 4 ਦਿਨ ਲਾਏ ਸਨ ਕਿ ਆਪ ਜੀ ਨੂੰ ਪਤਾ ਲੱਗ ਜੇ ਗਿਆਨੀ ਚੀਜ਼ ਕੀ ਹੈ ਤੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਐਵੇਂ ਭੁਲੇਖੇ 'ਚ ਨਾ ਤੁਰੇ ਫਿਰੀਏ। ਸਾਰੇ ਸ਼ਬਦ ਜਿਤਨੇ ਮੇਰੇ ਪਾਸ ਸਨ ਮੈਂ ਉਹ ਵਰਤੋਂ ਦੇ ਵਿੱਚ ਲਿਆਂਦੇ ਨੇ, ਕਿਉਂਕਿ ਮੇਰੀ ਗੱਲ ਚੱਲ ਰਹੀ ਸੀ ਤੇ ਅੱਜ ਗੱਲ ਚੱਲ ਰਹੀ ਹੈ, ਸਾਡੀ ਸਾਰਿਆਂ ਦੀ ਸਾਂਝੀ ਗੱਲ ਚੱਲ ਰਹੀ ਹੈ। ਨਟ ਉਹਨੂੰ ਆਖਿਆ ਜਾਂਦਾ ਹੈ ਜਿਹੜਾ ਬਾਜੀ ਪਾਉਂਦਾ ਹੈ, ਜਿਹੜਾ ਤਮਾਸ਼ਾ ਵਿਖਾਉਂਦਾ ਹੈ, ਉਹਨੂੰ ਨਟ ਆਖਿਆ ਜਾਂਦਾ ਹੈ। ਕੋਈ ਸਮਾਂ ਸੀ ਸਾਡੇ ਪਿੰਡਾਂ ਦੇ ਵਿੱਚ ਨਟ ਆਇਆ ਕਰਦੇ ਸਨ, ਤੇ ਪਿੰਡ ਦਾ ਜਿਹੜਾ ਕੋਈ ਸਾਂਝਾ ਚੌਂਕ ਹੁੰਦਾ ਸੀ ਉੱਥੇ ਉਹ ਆਪਣਾ ਡਮਰੂ ਵਜਾਉਂਦੇ, ਵਾਂਸ ਇਕੱਠੇ ਖੜੇ ਕਰ ਲੈਂਦੇ, ਗੱਡ ਲੈਂਦੇ, ਇੱਕ ਰੱਸੀ ਜੀ ਬੰਨ੍ਹ ਲੈਂਦੇ, ਰੱਸੀ ਦੇ ਉੱਤੇ ਤੁਰਦੇ, ਹੋਰ ਬੜੀਆਂ ਪੁੱਠੀਆਂ ਸਿੱਧੀਆਂ ਛਾਲਾਂ ਮਾਰਦੇ। ਇਹ ਸਾਰਾ ਕੁਝ ਕਰਦੇ ਕਾਹਦੇ ਵਾਸਤੇ? ਇਸ ਵਾਸਤੇ ਵੀ ਇਹ ਵੇਖ ਕੇ ਲੋਕੀ ਖੁਸ਼ ਹੋ ਕੇ ਤੇ ਸਾਨੂੰ ਨਾ ਪੈਸੇ ਦੇਣਗੇ। ਕੋਈ ਆਟਾ ਪਾ ਦਿੰਦਾ, ਪੈਸੇ ਤਾਂ ਉਦੋਂ ਹੁੰਦੇ ਹੀ ਨਹੀਂ ਸਨ, ਕੋਈ ਆਟਾ ਪਾ ਦਿੰਦਾ
ਕੋਈ ਦਾਣੇ ਪਾ ਦਿੰਦਾ, ਕੋਈ ਕੁਝ ਪਾ ਦਿੰਦਾ, ਕੋਈ ਕੁਝ ਪਾ ਦਿੰਦਾ, ਤੇ ਇਹਦਾ ਗੁਜ਼ਾਰਾ ਚੱਲ ਪੈਂਦਾ। ਇਹ ਹੁਣ ਨਟ ਤੋਂ ਨਾਟ ਬਣ ਗਿਆ, ਨਾਟਸ਼ਾਲਾ। ਜਿੱਥੇ ਇਸ ਤਰ੍ਹਾਂ ਬਾਜ਼ੀਆਂ ਪਾਣੀਆਂ ਸਿਖਾਈਆਂ ਜਾਂਦੀਆਂ ਨੇ ਉਹਨੂੰ ਨਾਟਸ਼ਾਲਾ ਆਖਿਆ ਜਾਂਦਾ ਹੈ। ਪੜ੍ਹੇ ਨਾਟਸ਼ਾਲਾ, ਅੰਤਰ ਕ੍ਰੋਧ ਪੜ੍ਹੇ ਨਾਟਸ਼ਾਲਾ। ਇਹਨਾਂ ਦੋਹਾਂ ਤੁਕਾਂ ਨੂੰ ਇੱਕ ਵਾਰੀ ਮੈਂ ਫਿਰ ਪੜ੍ਹ ਦਿਆਂ ਤਾਂ ਕਿ ਆਪ ਜੀ ਨੂੰ ਥੋੜ੍ਹੀ ਜਿਹੀ ਸਮਝ ਆ ਜਾਵੇ ਤੇ ਮੈਨੂੰ ਬੋਲਣਾ ਸੌਖਾ ਹੋ ਜਾਵੇ। ਮੈਂ ਅੜ ਰਿਹਾ, ਸੰਗ ਰਿਹਾ, ਡਰ ਰਿਹਾ। ਧੋਤੀ ਉਜਲ ਤਿਲਕ ਗਲ ਮਾਲਾ, ਜਿਹੜਾ ਧਾਰਮਿਕ ਲਿਬਾਸ ਹੈ ਨਾ, ਉਹ ਤਾਂ ਬਣਿਆ ਹੋਇਆ ਬੜਾ ਸੋਹਣਾ, ਉਹਦੇ 'ਚ ਕੋਈ ਕਮੀ ਨਹੀਂ। ਪਰ ਹੈ ਕਿ ਅੰਦਰ ਕ੍ਰੋਧ ਪੜ੍ਹੇ ਨਾਟਸ਼ਾਲਾ। ਪੜ੍ਹਦੇ ਕੀ ਹਾਂ ਅਸੀਂ? ਉਹ ਸਾਰਾ ਕੁਝ ਹੀ ਪੜ੍ਹ ਰਹੇ ਹਾਂ ਜਿਹਦੇ ਨਾਲ ਇਹ ਧਾਰਮਿਕ ਲਿਬਾਸ ਬਣਾ ਕੇ ਤੇ ਅਸੀਂ ਲੋਕਾਂ ਤੋਂ ਕੁਝ ਨਾ ਕੁਝ ਲੈ ਸਕੀਏ। ਇਹ ਅਰਥ ਬਣਦਾ ਜੀ ਇਹਦਾ। ਧੋਤੀ ਉਜਲ ਤਿਲਕ ਗਲ ਮਾਲਾ, ਸੋਹਣੀ ਧੋਤੀ ਹੈ, ਸੋਹਣੇ ਚਿੱਟੇ ਵਸਤਰ ਨੇ ਪਾਣਾ ਹੈ, ਗਲ ਦੇ ਵਿੱਚ ਮਾਲਾ ਵੀ ਹੈ ਤੇ ਮੱਥੇ ਤੇ ਤਿਲਕ ਵੀ ਸੋਹਣਾ ਲਾਇਆ ਗਿਆ ਹੈ। ਅੰਤਰ ਕ੍ਰੋਧ ਪੜ੍ਹੇ ਨਾਟਸ਼ਾਲਾ। ਅੰਦਰ ਕ੍ਰੋਧ ਹੈ, ਅੰਦਰੋਂ ਕ੍ਰੋਧੀ ਭਾਵ ਅੰਦਰ ਸ਼ਾਂਤੀ ਨਹੀਂ, ਪਰਮਾਤਮਾ ਨਹੀਂ ਵਸਿਆ, ਸਬਰ ਸੰਤੋਖ ਧੀਰਜ ਨਹੀਂ ਹੈਗਾ ਜਿਹੜਾ ਇੱਕ ਧਾਰਮਿਕ ਮਨੁੱਖ ਦੇ ਵਿੱਚ ਹੋਣਾ ਚਾਹੀਦਾ। ਉਹ ਚੀਜ਼ ਨਹੀਂ ਹੈਗੀ। ਧਾਰਮਿਕ ਮਨੁੱਖ ਦੇ ਵਿੱਚ ਧੀਰਜ ਹੁੰਦਾ ਹੈ, ਧਾਰਮਿਕ ਮਨੁੱਖ ਦੇ ਵਿੱਚ ਸਬਰ ਸੰਤੋਖ ਹੁੰਦਾ ਹੈ, ਧਾਰਮਿਕ ਮਨੁੱਖ ਦੇ ਅੰਦਰ ਸ਼ਾਂਤੀ ਹੁੰਦੀ ਹੈ। ਤੇ ਜਦੋਂ ਕ੍ਰੋਧ ਆ ਜੇ ਸਾਰੀਆਂ ਚੀਜ਼ਾਂ ਫਿਰ ਗਾਇਬ ਹੋ ਜਾਂਦੀਆਂ ਨੇ। ਇੱਕ ਗ੍ਰੰਥ ਹੈ, ਉਹਦਾ ਨਾਂ ਹੈ ਪ੍ਰਬੋਧ, ਚੰਦਰ ਪ੍ਰਬੋਧ ਨਾਟਕ, ਚੰਦਰ ਪ੍ਰਬੋਧ ਨਾਟਕ। ਉਹਦੇ ਵਿੱਚ ਇਹ ਬੜਾ ਸੁੰਦਰ ਖੁਲਾਸਾ ਕੀਤਾ ਇਹਨਾਂ ਦਾ। ਇੱਕ ਪਾਸੇ ਮੋਹ ਨੂੰ ਰਾਜਾ ਬਣਾਇਆ ਹੋਇਆ ਹੈ, ਮੋਹ ਰਾਜਾ ਬਣਾ ਕੇ ਉਹਦੀ ਫੌਜ ਬਣਾਈ ਹੋਈ ਹੈ, ਤੇ ਦੂਜੇ ਪਾਸੇ ਇਹਨੇ ਵਿਵੇਕ ਨੂੰ ਰਾਜਾ ਬਣਾਇਆ ਹੋਇਆ ਹੈ। ਵਿਵੇਕ ਰਾਜੇ ਦੀ ਆਪ ਦੀ ਫੌਜ ਹੈ ਤੇ ਇਹ ਆਪਸ ਵਿੱਚ ਫਿਰ ਲੜਦੇ ਕਿਵੇਂ ਨੇ? ਮੋਹ ਦਾ ਜਿਹੜਾ ਸੈਨਾਪਤੀ ਹੈ ਕ੍ਰੋਧ ਉੱਥੇ ਦੱਸਿਆ ਹੈ, ਮੋਹ ਰਾਜਾ ਹੈ ਤੇ ਇਹਦਾ ਸੈਨਾਪਤੀ ਹੈ ਕ੍ਰੋਧ। ਦੂਜੇ ਪਾਸੇ ਵਿਵੇਕ ਰਾਜਾ ਦੱਸਿਆ ਹੈ ਤੇ ਵਿਵੇਕ ਦਾ ਜਿਹੜਾ ਸੈਨਾਪਤੀ ਹੈ ਨਾ, ਉਹ ਦੱਸਿਆ ਹੋਇਆ ਹੈ ਸ਼ਾਂਤੀ ਧੀਰਜ। ਜਿੱਥੇ ਕ੍ਰੋਧ ਹੈ ਉੱਥੇ ਫਿਰ ਧੀਰਜ ਜਿਹੜਾ ਹੈ ਮਰ ਗਿਆ ਹੈ। ਮੋਹ ਦਾ ਸੈਨਾਪਤੀ ਜਿੱਤ ਗਿਆ ਤੇ ਵਿਵੇਕ ਦਾ ਸੈਨਾਪਤੀ ਹਾਰ ਗਿਆ ਹੈ। ਇਸ ਤਰ੍ਹਾਂ ਉਹਦਾ ਨਾਟਕ ਤੋਂ ਆਪ ਭਲੀ ਭਾਂਤ ਜਾਣਦੇ ਹੋ, ਇੱਕ ਨਾਟਕ ਖੇਡਿਆ ਗਿਆ ਉਸ ਕਿਤਾਬ ਦੇ ਅੰਦਰ, ਪੋਥੀ ਗ੍ਰੰਥ ਸ਼ਾਸਤਰ ਦੇ ਅੰਦਰ। ਦੋ ਫੌਜਾਂ ਬਣਾਈਆਂ ਗਈਆਂ ਨੇ ਤੇ ਉਹ ਫੌਜਾਂ ਜਿਹੜੀਆਂ ਨੇ, ਇੱਕ ਮੋਹ ਦੀ ਫੌਜ ਹੈ ਤੇ ਇੱਕ ਵਿਵੇਕ ਭਾਵ ਗਿਆਨ ਦੀ ਫੌਜ ਹੈ। ਫਿਰ ਕਿਹੜਾ ਕਿਹਦੇ ਨਾਲ ਕਿਵੇਂ ਲੜਦਾ ਹੈ ਤੇ ਕਿਵੇਂ ਇੱਕ ਦੂਜੇ ਤੋਂ ਇਹ ਹਾਰਦੇ ਤੇ ਹਰਾਉਂਦੇ ਨੇ, ਇਹ ਸਾਰਾ ਉਸ ਗ੍ਰੰਥ ਦੇ ਅੰਦਰ ਇੱਕ ਨਾਟਕ ਦੀ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਜਿਵੇਂ ਨਾਟਕ ਦੇ ਵਿੱਚ ਪਰਦਾ ਚੱਕਿਆ ਜਾਂਦਾ ਹੈ, ਨਾਟਕਕਾਰਾਂ ਕੇ ਨਾਟਕ ਕਰਦੇ ਨੇ, ਸੇਮ ਟੂ ਸੇਮ ਉਸੇ ਤਰ੍ਹਾਂ ਪ੍ਰਬੋਧ ਚੰਦਰ ਨਾਟਕ ਦੇ ਅੰਦਰ ਇਹ ਲਿਖਿਆ ਹੋਇਆ ਹੈ। ਹੁਣ ਇਹ ਜਿਹੜਾ ਕ੍ਰੋਧ ਹੈ, ਕ੍ਰੋਧ ਮੋਹ ਰਾਜਾ ਹੈ, ਉਹਦਾ ਸੈਨਾਪਤੀ ਹੈ ਕ੍ਰੋਧ। ਤੇ ਜਿੱਥੇ ਕ੍ਰੋਧ ਆ ਜਾਵੇ, ਜਿਹੜੇ ਸਰੀਰ ਦੇ ਅੰਦਰ ਕ੍ਰੋਧ ਹੈ, ਫਿਰ ਵਿਵੇਕ ਹੈ ਜਿਹੜਾ ਗਿਆਨ ਹੈ ਨਾ, ਇਹਦਾ ਸੈਨਾਪਤੀ ਉੱਥੇ ਨਹੀਂ ਰਹਿੰਦਾ। ਧੀਰਜ ਸ਼ਾਂਤੀ ਜਿਹੜੀ ਹੈ, ਸਬਰ ਸੰਤੋਖ ਜਿਹੜਾ, ਫਿਰ ਇਹ ਕੁਝ ਵੀ ਨਹੀਂ ਰਹੇਗਾ। ਜਦੋਂ ਸੈਨਾਪਤੀ ਮਾਰ ਗਿਆ ਤੇ ਸੈਨਾ ਜਿਹੜੀ ਉਹ ਫਿਰ ਭੱਜ ਜਾਂਦੀ ਹੁੰਦੀ ਹੈ, ਕੁਝ ਵੀ ਨਹੀਂ ਰਹਿੰਦਾ। ਅੰਤਰ ਕ੍ਰੋਧ ਪੜ੍ਹੇ ਨਾਟਸ਼ਾਲਾ। ਸਿੱਖਦਾ ਕੀ ਹੈ ਇੱਥੇ? ਪਾਠਸ਼ਾਲਾ ਨਹੀਂ ਸਿੱਖਦਾ, ਪਾਠ ਨਹੀਂ ਸਿੱਖਦਾ। ਸਿੱਖਦਾ ਕੀ? ਨਾਟਸ਼ਾਲਾ। ਭਈ ਮੈਂ ਇਸ ਧਾਰਮਿਕ ਲਿਬਾਸ ਦੇ ਨਾਲ ਕਿਸ ਤਰੀਕੇ ਦੇ ਨਾਲ ਧਨ ਨੂੰ ਇਕੱਠਾ ਕਰ ਸਕਦਾ ਹਾਂ ਜੀ। ਨਾਮ ਵਿਸਾਰ ਮਾਇਆ ਮਦ ਪੀਆ। ਨਾਮ ਨੂੰ ਵਿਸਾਰ ਛੱਡੀਏ, ਨਾਮ ਵਾਲੇ ਪਾਸੇ ਤੁਰਦਾ ਨਹੀਂ, ਨਾਮ ਜਪਦਾ ਨਹੀਂ, ਸਿਮਰਨ ਕਰਦਾ ਨਹੀਂ। ਮਾਇਆ ਦੇ ਨਸ਼ੇ ਦੇ ਵਿੱਚ, ਮਦ ਦਾ ਅਰਥ ਨਸ਼ਾ ਹੈ ਤੇ ਮਾਇਆ ਦਾ ਨਸ਼ਾ ਹੈ। ਪੀਆ ਇਹਨੇ ਮਾਇਆ ਮਦ ਦਾ
ਮਾਇਆ ਦਾ ਜਿਹੜਾ ਨਸ਼ਾ ਹੈ ਨਾ ਉਹ ਇਸਨੇ ਪੀਤਾ ਹੋਇਆ ਹੈ ਜੀ। ਬਿਨ ਗੁਰ ਭਗਤ ਨਾਹੀ ਸੁਖ ਥੀਆ। ਗੁਰੂ ਤੋਂ ਬਿਨਾ ਭਗਤੀ ਨਹੀਂ ਹੁੰਦੀ ਤੇ ਭਗਤੀ ਤੋਂ ਬਿਨਾ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਬਿਨ ਗੁਰ ਭਗਤ, ਬਿਨਾ ਗੁਰੂ ਤੋਂ ਭਗਤੀ ਨਹੀਂ ਤੇ ਭਗਤੀ ਤੋਂ ਬਿਨਾ ਜਿਹੜਾ ਸੁਖ ਹੈ ਉਹ ਪ੍ਰਾਪਤ ਨਹੀਂ ਹੁੰਦਾ ਹੈ ਜੀ। ਸ਼ੂਕਰ ਸਵਾਨ ਗਰਦਬ ਮੰਜਾਰਾ। ਹੁਣ ਪੰਜਵੀਂ ਪੌੜੀ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਸ਼ਬਦ ਵਰਤ ਰਹੇ ਨੇ। ਫਿਰ ਇਹ ਮਨੁੱਖ ਜਿਹੜਾ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਮਨੁੱਖ, ਪਰ ਇਹਦੇ ਕੰਮ ਨੇ ਨਾ ਜਿਹੜੇ ਉਹ ਪਸ਼ੂਆਂ ਵਰਗੇ ਨੇ। ਤੇ ਪਸ਼ੂਆਂ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਜਾਤੀਆਂ ਨੇ ਜਿਨ੍ਹਾਂ ਨੂੰ ਬੜੀਆਂ ਨੀਵੀਆਂ ਦੱਸਿਆ। ਉਹਨਾਂ ਨੀਵੀਆਂ ਜਾਤੀਆਂ ਦਾ ਨਾਂ ਲਿਆ ਸ਼ੂਕਰ। ਸ਼ੂਕਰ ਕਹਿੰਦੇ ਨੇ ਸ਼ੂਰ ਨੂੰ, ਤੇ ਸ਼ੂਰ ਜਿਹੜਾ ਗੰਦਗੀ ਖਾਂਦਾ ਹੈ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਗਰਦਬ ਕਹਿੰਦੇ ਨੇ ਗਧੇ ਨੂੰ, ਤੇ ਮਜਾਰਾ ਕਹਿੰਦੇ ਨੇ ਬਿੱਲੇ ਨੂੰ। ਇਹਨਾਂ ਸਾਰੇ ਸ਼ਬਦਾਂ ਨੂੰ ਹੁਣ ਆਪਾਂ ਸਮਝਣਾ ਵੀ ਗੁਰੂ ਮਹਾਰਾਜ ਜੀ ਨੇ ਕਿਉਂ ਵਰਤੇ ਨੇ। ਮਜਾਰਾ, ਬਿੱਲਾ, ਇੱਥੋਂ ਸ਼ੁਰੂ ਕਰਦੇ ਆਪਾਂ। ਬਿੱਲੇ ਨੇ ਜਦੋਂ ਆਪਣਾ ਸ਼ਿਕਾਰ ਕਰਨਾ ਹੁੰਦਾ ਨਾ ਉਹ ਸਹੀ ਲਾ ਲੈਂਦਾ ਹੈ, ਤੇ ਜਦੋਂ ਸ਼ਿਕਾਰ ਉਹਦੀ ਪਕੜ ਦੇ ਵਿੱਚ ਆ ਜਾਵੇ ਤੇ ਫਿਰ ਇੱਕੇ ਵਾਰੀ ਉਹਦੇ ਉੱਤੇ ਝਪਟ ਮਾਰਦਾ ਹੈ। ਆਪ ਲੋਕ ਸ਼ਾਇਦ ਸਹੀ ਜਾਣਦੇ ਹੋ, ਸਹਿ ਕੇ ਬਹਿ ਜਾਂਦਾ, ਭਾਵ ਆਪਣੇ ਆਪ ਨੂੰ ਨਾ ਲੁਕਾ ਕੇ ਬਹਿ ਜਾਂਦਾ ਹੈ। ਆਪਣੇ ਆਪ ਨੂੰ ਲੁਕਾ ਲੈਂਦਾ ਹੈ ਵੀ ਮੇਰਾ ਸ਼ਿਕਾਰ ਹੈ ਨਾ ਜਿਹੜਾ, ਉਹਨੂੰ ਪਤਾ ਨਾ ਲੱਗੇ ਵੀ ਇੱਥੇ ਬਿੱਲਾ ਹੈਗਾ ਹੈ। ਤੇ ਜਦੋਂ ਉਹਦਾ ਸ਼ਿਕਾਰ ਉਹਦੀ ਮਾਰ ਦੇ ਥੱਲੇ ਆ ਜਾਂਦਾ ਫਿਰ ਇੱਕੇ ਵਾਰੀ ਝਪਟ ਕੇ ਉਹਨੂੰ ਪੈਂਦਾ ਹੈ ਤੇ ਆਪਣਾ ਸ਼ਿਕਾਰ ਕਰ ਲੈਂਦਾ ਹੈ। ਹੁਣ ਇਹ ਸ਼ਬਦ ਗੁਰੂ ਮਹਾਰਾਜ ਜੀ ਤਾਂ ਵਰਤ ਰਹੇ ਨੇ, ਨਾਮ ਪਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ ਸੁਖ ਤੀਆ। ਗੁਰੂ ਤੋਂ ਬਿਨਾ ਭਗਤੀ ਨਹੀਂ ਤੇ ਨਾਮ ਹੈ ਜਿਹੜਾ ਉਹ ਵਸਾਰ ਦਿੱਤਾ ਹੈ, ਤੇ ਮਾਇਆ ਦਾ ਜਿਹੜਾ ਨਾ ਉਹ ਨਸ਼ਾ ਜੜਿਆ ਹੋਇਆ ਹੈ। ਹੁਣ ਸ਼ਿਕਾਰ ਕਰਨਾ ਮਾਇਆ ਦਾ, ਤੇ ਫਿਰ ਇਹ ਬਿੱਲੇ ਵਾਲੀ ਬਿਰਤੀ ਦੇ ਵਿੱਚ ਚਲਾ ਜਾਂਦਾ ਹੈ। ਜਿਵੇਂ ਬਿੱਲਾ ਆਪਣੇ ਆਪ ਨੂੰ ਲੁਕੋ ਲੈਂਦਾ ਹੈ, ਉਸੇ ਤਰ੍ਹਾਂ ਜਿਹਦੇ ਤੋਂ ਮਾਇਆ ਇਕੱਠੀ ਕਰਨੀ ਹੁੰਦੀ ਹੈ ਨਾ, ਉੱਥੇ ਫਿਰ ਆਪਣੇ ਅੰਦਰ ਦੀਆਂ ਸਾਰੀਆਂ ਬੁਰਾਈਆਂ ਲੁਕਾ ਕੇ ਤੇ ਸਹਿ ਮਾਰ ਲੈਂਦਾ ਮਨੁੱਖ। ਜਦੋਂ ਫਿਰ ਸ਼ਿਕਾਰੀ ਜਿਹੜਾ ਹੈ, ਸ਼ਿਕਾਰ ਹੈ ਜਿਹੜਾ ਉਹ ਮਾਰ ਦੇ ਵਿੱਚ ਆ ਜਾਂਦਾ, ਫਿਰ ਇੱਕੇ ਵਾਰੀ ਬਿੱਲੇ ਦੀ ਤਰ੍ਹਾਂ ਝਪਟ ਮਾਰ ਕੇ ਉਹਦੇ ਤੋਂ ਸਾਰਾ ਕੁਝ ਖੋਹ ਲੈਂਦਾ ਹੈ। ਗਰਦਬ, ਗਧਾ। ਗਰਦਬ ਆਖਦੇ ਨੇ ਗਧੇ ਨੂੰ। ਗਧੇ ਦੀ ਤਰ੍ਹਾਂ ਗਧੇ ਦਾ ਸੁਭਾਅ ਇਹਨੇ ਭਾਰ ਢੋਣਾ ਹੈ, ਤੇ ਜਦੋਂ ਗਧਾ ਭਾਰ ਢੋਂਦਾ ਹੈ ਉਦੋਂ ਜਿੰਨਾ ਕੋਈ ਇਹਨੂੰ ਤੋਰਿਆ ਜਾਵੇ ਬਸ ਓਨਾ ਕੋਈ ਤੁਰਦਾ ਹੈ। ਦੂਸਰਾ, ਇਹ ਗਧਾ ਜਿਹੜਾ ਜ਼ਿਆਦਾ ਰੂੜੀਆਂ ਦੇ ਉੱਤੇ ਲੇਟਦਾ ਰਹਿੰਦਾ ਹੈ। ਇਹਦਾ ਸੁਭਾਅ ਹੁੰਦਾ ਇਹਨੇ ਉਧਰ ਲੇਟਦੇ ਰਹਿਣਾ ਹੈ। ਇਹ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ ਵੀ ਮਨੁੱਖ ਜਿਹੜਾ ਇਹ ਲੇਟਦਾ ਤੇ ਰੂੜੀਆਂ ਤੇ ਆ, ਜਿਹੜੇ ਵਕਾਰ ਨੇ ਬੁਰਾਈਆਂ ਨੇ ਇਹ ਰੂੜੀਆਂ ਨੇ, ਲੇਟਦਾ ਤੇ ਉੱਥੇ ਹੈ। ਤੇ ਗਧੇ ਦੀ ਤਰ੍ਹਾਂ ਫਿਰ ਲੋਕਾਂ ਦਾ ਭਾਰ ਹੈ ਨਾ ਜਿਹੜਾ ਉਹ ਆਪਣੇ ਉੱਤੇ ਲੱਦਦਾ ਰਹਿੰਦਾ ਹੈ। ਸਵਾਨ ਕਹਿੰਦੇ ਨੇ ਕੁੱਤੇ ਨੂੰ। ਕੁੱਤਾ ਜਿਹੜਾ ਇਹਦੇ ਵਿੱਚ ਗੁਣ ਵੀ ਨੇ ਤੇ ਔਗਣ ਵੀ ਨੇ। ਜੇ ਕੁੱਤਾ ਵਫਾਦਾਰ ਹੋਵੇ ਆਪਣੇ ਮਾਲਕ ਦਾ ਤੇ ਫਿਰ ਘਰ ਦੀ ਰਾਖੀ ਬੜੀ ਕਰਦਾ ਹੈ। ਹਮ ਕੂਕਰ ਤੇਰੇ ਦਰਬਾਰ, ਭਗਤ ਜੀ ਨੇ ਆਪ ਵਾਸਤੇ ਸ਼ਬਦ ਵਰਤਿਆ ਕਿ ਇਹ ਸੱਚੇ ਸਤਿਗੁਰ ਅਸੀਂ ਤੇਰੇ ਦਰ ਦੇ ਕੁੱਤੇ ਹਾਂ, ਭਾਵ ਜੋ ਤੂੰ ਦੇ ਦੇਵੇਂਗਾ ਉਹ ਲੈ ਲੈਣਾ ਤੇ ਤੇਰੇ ਦਰ ਤੋਂ ਹੀ ਅਸੀਂ ਮੰਗਣਾ ਹੈ। ਪਰ ਕੁੱਤੇ ਜਿਹੜੇ ਨੇ ਉਹ ਕਈ ਅਵਾਰਾ ਕੁੱਤੇ ਵੀ ਹੁੰਦੇ ਨੇ। ਜਿਹੜੇ ਅਵਾਰਾ ਕੁੱਤੇ ਹੁੰਦੇ ਨੇ ਉਹਨਾਂ ਦਾ ਕੋਈ ਥਾਂ ਤੇ ਨਹੀਂ ਹੁੰਦਾ, ਕੋਈ ਟਿਕਾਣਾ ਨਹੀਂ ਹੁੰਦਾ। ਉਸੇ ਤਰ੍ਹਾਂ ਕਈ ਮਨੁੱਖ ਨੇ ਉਹਨਾਂ ਦਾ ਕੋਈ ਟਿਕਾਣਾ ਹੀ ਨਹੀਂ ਹੈਗਾ। ਸਵੇਰੇ ਜੇ ਗੁਰੂ ਘਰ ਆ ਗਏ ਨੇ, ਦੁਪਹਿਰ ਨੂੰ ਕਿਸੇ ਮੜੀ ਤੇ ਚਲੇ ਜਾਣਾ, ਪਰਸੋਂ ਨੂੰ ਕਿਤੇ ਹੋਰ ਕਿਤੇ ਚਲੇ ਜਾਣਾ। ਇਸ ਤਰ੍ਹਾਂ ਸ਼ੂਕਰ ਨਾਮ ਹੈ ਸੂਰ ਦਾ। ਨਿੰਦਿਆ ਕਰ ਕਰਕੇ ਦੂਜਿਆਂ ਦੀ ਜਿਹੜੀ ਗੰਦਗੀ ਹੈ ਨਾ ਉਹ ਖਾਣ ਵਾਲੀ ਗੱਲ ਕਰਦੇ ਨੇ। ਮੇਰੇ ਖਿਆਲ ਗੱਲ ਸਾਰੇ ਸ਼ਬਦਾਂ ਦੀ ਪਕੜ ਵਿੱਚ ਆ ਗਈ ਹੋਣੀ ਹੈ। ਸ਼ੂਕਰ ਸੂਰ ਵਾਲੀ ਬਿਰਤੀ ਹੈ, ਦੂਜਿਆਂ ਦੀ ਨਿੰਦਿਆ ਕਰ ਕਰਕੇ ਅਸੀਂ ਉਹਨਾਂ ਦੀ ਗੰਦਗੀ ਖਾ ਰਹੇ ਹਾਂ। ਸਵਾਨ ਸਾਡਾ ਇੱਕ ਟਿਕਾਣਾ ਨਹੀਂ ਹੈਗਾ, ਅਵਾਰਾ ਕੁੱਤਿਆਂ ਦੀ ਤਰ੍ਹਾਂ ਕਦੀ ਕਿਤੇ ਤੇ ਕਦੀ ਕਿਤੇ। ਗਰਦਬ, ਗਧੇ ਵਰਗੇ ਹਾਂ। ਲੋਕਾਂ ਦਾ ਭਾਰ ਹੈ ਜਿਹੜਾ ਉਹ ਅਸੀਂ ਆਪਣੇ ਸਿਰ ਦੇ ਉੱਤੇ ਉਠਾ ਰਹੇ ਹਾਂ।
ਮੁਜਾਰਾ ਤੇ ਬਿੱਲੇ ਦੀ ਤਰ੍ਹਾਂ ਅਸੀਂ ਸ਼ਹਿ ਲਾ ਕੇ ਬੈਠੇ ਹੋਏ ਹਾਂ ਜੀ। ਪਸੂ ਮਲੇਛ ਨੀਚ ਚੰਡਾਲਾ। ਪਸ਼ੂ ਇਹ ਹੁਣ ਉੱਚੀ ਕੁਆਲਿਟੀ ਦੇ ਪਸ਼ੂ ਆ ਗਏ ਨੇ, ਜਿਵੇਂ ਗਾਈਆਂ ਮੱਝਾਂ ਨੇ। ਮਲੇਸ਼ ਕਹਿੰਦੇ ਨੇ ਜਿਹੜੇ ਲਿਬੜੇ ਰਹਿਣ 24 ਘੰਟੇ, ਮਲੇਸ਼ ਮਲੀਨਤਾਈ ਵਾਲੇ। ਜਿਵੇਂ ਪਸ਼ੂ ਏ, ਇਹਨੂੰ ਸੋਝੀ ਨਹੀਂ, ਉੱਥੇ ਹੀ ਇਹ ਗੋਹਾ ਕਰਦਾ, ਉੱਥੇ ਹੀ ਬਾਥਰੂਮ ਕਰ ਦਿੰਦਾ ਤੇ ਉੱਥੇ ਹੀ ਫਿਰ ਇਹ ਬੈਠ ਜਾਂਦਾ ਹੈ। ਉਸੇ ਤਰ੍ਹਾਂ ਸਾਨੂੰ ਆਪਣੀ ਸਫਾਈ ਦੀ ਜਿਹੜੀ ਹੈ ਨਾ, ਉਹ ਪਸ਼ੂਆਂ ਦੀ ਤਰ੍ਹਾਂ ਸੋਝੀ ਕੋਈ ਨਹੀਂ ਹੈਗੀ। ਮਲੇਸ਼ ਅੰਦਰੋਂ ਵੀ ਲਿਬੜਿਆ ਤੇ ਬਾਹਰੋਂ ਵੀ ਅਸੀਂ ਮਲੀਨ ਆ, ਨੀਚ। ਇਸ ਤਰ੍ਹਾਂ ਨੀਚਤਾਈ ਵਾਲੇ ਚੰਡਾਲਾ, ਅਸੀਂ ਚੰਡਾਲ ਵੀ ਹਾਂ। ਚੰਡਾਲ ਉਹਨੂੰ ਆਖਿਆ ਜਾਂਦਾ ਜਿਹਦੇ ਅੰਦਰ ਰਹਿਮ ਨਾ ਹੋਵੇ, ਜਿਹਦੇ ਅੰਦਰ ਦਇਆ ਨਾ ਹੋਵੇ। ਆ ਕਈ ਵਾਰੀ ਕੋਈ ਬੱਚੇ ਨੂੰ ਕੁੱਟ ਰਿਹਾ ਹੋਵੇ ਨਾ, ਆਪਾਂ ਕਹਿ ਰਹੇ ਹਾਂ ਵੇਖ ਜਵਾਕ ਨੂੰ ਕਿਵੇਂ ਚੰਡਾਲ ਦੀ ਤਰ੍ਹਾਂ ਮਾਰੀ ਜਾਂਦਾ ਹੈ, ਭਾਵੇਂ ਦੇ ਅੰਦਰ ਦਇਆ ਨਹੀਂ। ਨੀਚ ਚੰਡਾਲ ਤੋਂ ਵੀ ਨੀਚ ਹੋ ਗਿਆ। ਚੰਡਾਲ ਜਿਹੜਾ ਹੋ ਸਕਦਾ ਉਹਦੇ ਕਦੇ ਨਾ ਕਦੇ ਦਇਆ ਆ ਜਾਂਦੀ ਹੋਵੇ, ਪਰ ਇਸ ਦੇ ਅੰਦਰ ਤਾਂ ਇਤਨੀ ਨੀਚਤਾ ਹੀ ਆ ਗਈ ਹੈ ਕਿ ਚੰਡਾਲ ਦੀ ਤਰ੍ਹਾਂ ਵੀ ਕਦੇ ਦਇਆ ਨਹੀਂ ਆਈ ਹੈ ਜੀ। ਗੁਰ ਤੇ ਮੋਹ ਫੇਰੇ ਤਿਨ ਜੋਨ ਭਵਾਈਐ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ ਨਾ, ਮੂੰਹ ਪਾਸੇ ਕਰ ਲੈਂਦੇ ਨੇ, ਫਿਰ ਉਹ ਜੂਨੀਆਂ ਦੇ ਵਿੱਚ ਘੁੰਮਦੇ ਨੇ। ਗੁਰ ਤੇ ਮੋਹ ਫੇਰੇ, ਜਿਨ੍ਹਾਂ ਨੇ ਗੁਰੂ ਦੇ ਵਾਲੇ ਪਾਸਿਓਂ ਮੂੰਹ ਪਾਸੇ ਕਰ ਲਿਆ। ਮੂੰਹ ਫੇਰੇ ਦਾ ਅਰਥ ਹੈ ਮੂੰਹ ਦੂਜੇ ਪਾਸੇ ਲੈ ਗਏ ਨੇ। ਤਿੰਨ ਜੋਨ ਪਵਾਈਏ, ਉਹਨਾਂ ਨੂੰ ਫਿਰ ਜੂਨੀਆਂ ਦੇ ਵਿੱਚ ਪਾਇਆ ਜਾਂਦਾ ਹੈ ਜੀ। ਬੰਧਨ ਬਾਧਿਆ ਆਈਐ ਜਾਈਐ। ਇਸ ਤਰ੍ਹਾਂ ਬੰਧਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਬੰਨ੍ਹ ਲੈਂਦੇ ਹਾਂ ਤੇ ਸਾਡਾ ਜਿਹੜਾ ਜੰਮਣਾ ਮਰਨਾ ਹੈ ਨਾ, ਉਹ ਬਣਿਆ ਰਹਿੰਦਾ ਹੈ। ਇਹ ਦੋ ਪੌੜੀਆਂ ਨੇ, ਚੌਥੀ ਤੇ ਪੰਜਵੀਂ ਪੌੜੀ ਹੈ। ਇਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ, ਸੱਚੇ ਸਤਿਗੁਰ ਨੇ, ਵੀ ਸਾਡਾ ਜਿਹੜਾ ਜੀਵਨ ਹੈ ਨਾ, ਉਹ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਦਾ ਇਸ ਤਰ੍ਹਾਂ ਦਾ ਜੀਵਨ ਹੈ ਤੇ ਉਹਨਾਂ ਦੀ ਫਿਰ ਦਸ਼ਾ ਜਿਹੜੀ ਉਹ ਇਸ ਤਰ੍ਹਾਂ ਦੀ ਹੁੰਦੀ ਹੈ। ਧੋਤੀ ਉਜਲ ਤਿਲਕ ਗਲ ਮਾਲਾ, ਸਾਡਾ ਧਾਰਮਿਕ ਲਿਬਾਸ ਹੈ, ਇਹਦੇ ਵਿੱਚ ਸਾਡੇ ਅੰਦਰ ਕੋਈ ਕਮੀ ਨਹੀਂ। ਅੰਤਰ ਕ੍ਰੋਧ ਪੜੇ ਨਾਟ ਸਾਲਾ, ਸਾਡੇ ਅੰਦਰ ਧਾਰਮਿਕ ਲਿਬਾਸ ਦੇ ਪਾਉਣ ਵਾਲੇ ਜਿਹੜੇ ਅੰਦਰੂਨੀ ਗੁਣ ਹੁੰਦੇ ਨੇ ਉਹ ਨਹੀਂ ਹੈਗੇ। ਭਾਵ ਅੰਦਰੋਂ ਅਸੀਂ ਧਾਰਮਿਕ ਨਹੀਂ ਹੈਗੇ, ਲਿਬਾਸ ਕਰਕੇ ਅਸੀਂ ਧਾਰਮਿਕ ਹਾਂ। ਇੱਕ ਧਾਰਮਿਕ ਮਨੁੱਖ ਦੇ ਅੰਦਰ ਜੋ ਧੀਰਜ, ਸ਼ਾਂਤੀ ਆਦਿ ਗੁਣ ਹੁੰਦੇ ਨੇ, ਉਹ ਸਾਡੇ ਅੰਦਰ ਨਹੀਂ ਹੈਗੇ। ਸਾਡੇ ਅੰਦਰ ਜਿਹੜੇ ਨੇ ਔਗਣ ਕ੍ਰੋਧ ਵਾਲੇ ਪੜ੍ਹੇ ਨਾਟ ਸਾਲਾ, ਤੇ ਅਸੀਂ ਜੋ ਵੀ ਪੜ੍ਹਦੇ ਹਾਂ ਨਾ, ਉਹ ਇਸ ਵਾਸਤੇ ਪੜ੍ਹਦੇ ਹਾਂ ਕਿ ਜਿਵੇਂ ਨਾਟ ਨੂੰ ਨਾਟਸ਼ਾਲਾ ਦੇ ਵਿੱਚ ਪੜ੍ਹਾਇਆ ਜਾਂਦਾ ਨਾ, ਵੀ ਤੂੰ ਇਸ ਤਰ੍ਹਾਂ ਬਾਜੀ ਪਾਏਗਾ ਤੇ ਤੈਨੂੰ ਇਸ ਤਰ੍ਹਾਂ ਬਾਜੀ ਜਿਹੜੀ ਸਿੱਖ ਕੇ ਤੇ ਮਾਇਆ ਮਿਲੇਗੀ। ਬਸ ਇਹੀ ਕੰਮ ਹੈ ਸਾਡਾ। ਅੱਗੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ, ਨਾਮ ਵਸਾਰ ਮਾਇਆ ਮਦ ਪੀਆ। ਅਸੀਂ ਨਾਮ ਨੂੰ ਭੁੱਲ ਗਏ ਹਾਂ, ਨਾਮ ਜਪਦੇ ਨਹੀਂ, ਸਿਮਰਨ ਕਰਦੇ ਨਹੀਂ। ਕੇਵਲ ਤੇ ਕੇਵਲ ਮਾਇਆ ਦੇ ਨਸ਼ੇ ਦੇ ਵਿੱਚ ਹੀ ਅਸੀਂ ਮਸਤ ਹੋਏ ਪਏ ਹਾਂ। ਬਿਨ ਗੁਰ ਭਗਤ ਨਾਹੀ ਸੁਖ ਤੀਆ। ਗੁਰੂ ਤੋਂ ਬਿਨਾ ਭਗਤੀ ਨਹੀਂ ਤੇ ਭਗਤੀ ਤੋਂ ਬਿਨਾ ਨਾ ਜਿਹੜਾ ਇਹ ਸੁਖ ਨਹੀਂ। ਹੁਣ ਇੱਥੇ ਇਹ ਕਹਿ ਲੈਣਾ ਵੀ ਜਿਹਨੇ ਨਾ ਧੋਤੀ ਵੀ ਪਾਈ ਹੋਏ ਉਜਲ ਤੇ ਗਲ ਦੇ ਵਿੱਚ ਮਾਲਾ ਹੈ ਕਿ ਉਹ ਨਗੁਰਾ ਹੈ? ਨਹੀਂ, ਨਗੁਰਾ ਨਹੀਂ ਹੈ, ਗੁਰ ਵਾਲਾ। ਪਰ ਉਹਨੇ ਗੁਰੂ ਨੂੰ ਕੇਵਲ ਤੇ ਕੇਵਲ ਕਮਾਈ ਦੇ ਵਾਸਤੇ ਹੀ ਧਾਰਨ ਕੀਤਾ। ਇਸ ਕਰਕੇ ਗੁਰੂ ਮਹਾਰਾਜ ਜੀ ਉਹਨੂੰ ਗੁਰੂ ਵਾਲਾ ਆਖ ਹੀ ਨਹੀਂ ਰਹੇ। ਹੁਣ ਜਿਹੜੇ ਬੰਦੇ ਨੇ ਧਾਰਮਿਕ ਲਿਬਾਸ ਪਾਏ ਨੇ, ਕਿਸੇ ਨਾ ਕਿਸੇ ਗੁਰੂ ਦਾ ਤੇ ਉਹਨੇ ਆਸਰਾ ਲਿਆ ਹੈ ਨਾ, ਕਿਸੇ ਗੁਰੂ ਦੁਆਰਾ ਬਣਾਇਆ ਹੋਇਆ ਧਾਰਮਿਕ ਲਿਬਾਸ ਬਣਾਇਆ ਹੈ। ਤੇ ਫਿਰ ਵੀ ਗੁਰੂ ਮਹਾਰਾਜ ਜੀ ਸਾਨੂੰ ਆਖ ਰਹੇ ਨੇ, ਬੇਨ ਗੁਰ ਭਗਤ ਨਹੀਂ ਸੁਖ ਥੀਆ। ਕੀ ਫਿਰ ਨਗੁਰਾ ਹੈ ਇਸ ਤਰ੍ਹਾਂ ਦਾ? ਹਾਂ, ਗੁਰੂ ਜੀ ਕਹਿੰਦੇ ਨੇ ਨਗੁਰਾ ਹੈ। ਕਿਉਂ ਨਗੁਰਾ ਹੈ? ਨਗੁਰਾ ਇਸ ਕਰਕੇ ਕਿ ਇਹਨੇ ਗੁਰੂ ਦੀ ਪ੍ਰਾਪਤੀ ਹੈ ਜਿਹੜੀ, ਉਸ ਵਾਸਤੇ ਲਿਬਾਸ ਨਹੀਂ ਧਾਰਨ ਕੀਤਾ। ਇਸ ਨੇ ਮਾਇਆ ਵਾਸਤੇ ਲਿਬਾਸ ਧਾਰਨ ਕੀਤਾ ਹੈ। ਬਿਨ ਗੁਰ, ਇਸ ਕਰਕੇ ਗੁਰੂ ਤੋਂ ਬਿਨਾ ਹੈ ਭਗਤ ਨਹੀਂ, ਇਹ ਭਗਤ ਨਹੀਂ ਹੋ ਸਕਦਾ। ਨਾ ਹੀ ਸੁਖ ਥੀਆ, ਤੇ ਨਾ ਹੀ ਇਸ ਤਰ੍ਹਾਂ ਦੇ ਮਨੁੱਖ ਨੂੰ ਕਦੇ ਸੁਖ ਮਿਲਦਾ ਹੈ। ਫਿਰ ਅੱਗੇ ਗੁਰੂ ਮਹਾਰਾਜ ਜੀ ਖੁਲਾਸਾ ਕਰਦੇ ਨੇ, ਇਹ ਕੁਆਲਿਟੀਆਂ ਕਿੰਨੀਆਂ ਨੇ। ਸ਼ੂਕਰ ਕੋਈ ਸੂਰ ਵਰਗਾ ਹੈ, ਸਵਾਨ ਕੁੱਤੇ ਵਰਗਾ, ਗਰਦਬ ਇਸ ਤਰ੍ਹਾਂ ਦੀਆਂ ਬਿਰਤੀਆਂ, ਮਜਾਰਾ ਬਾਂਦਰ ਬਿੱਲੇ ਵਰਗਾ, ਮਜਾਰ ਬਿੱਲੇ ਨੂੰ ਆਖਦੇ ਨੇ। ਇਹ ਬਿਰਤੀਆਂ ਨੇ ਤੇ ਇਸ ਤਰ੍ਹਾਂ ਦੀਆਂ ਬਿਰਤੀਆਂ ਦੇ ਮਨੁੱਖ ਨੇ ਜਿਹੜੇ ਉਹ ਫਿਰ
ਆਪਣੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਮਾਇਆ ਨੂੰ ਮੁੱਖ ਸਮਝ ਕੇ ਤੇ ਮਾਇਆ ਵਾਲੇ ਪਾਸੇ ਤੁਰੇ ਨੇ। ਪਸ਼ੂ ਮਲੇਸ਼ ਨੀਚ ਚੰਡਾਲਾ ਅੰਦਰ ਦਇਆ ਨਹੀਂ ਹੈਗੀ। ਚੰਡਾਲ ਤੋਂ ਵੀ ਗਿਆ ਗੁਜ਼ਰਿਆ ਹੈ। ਪਸ਼ੂ ਬਿਰਤੀ ਵਾਲਾ ਤੇ ਮਲੇਸ਼ ਸਦਾ ਲਿਬੜਿਆ ਹੋਇਆ। ਗੁਰ ਤੇ ਮੋਹ ਫੇਰੇ, ਇਹਨੇ ਗੁਰੂ ਤੋਂ ਮੂੰਹ ਫੇਰਿਆ। ਗੁਰੂ ਤਾਂ ਧਾਰਨ ਕੀਤਾ ਹੈ, ਪਰ ਗੁਰੂ ਨੂੰ ਧਾਰਨ ਕਰਕੇ ਇਹਨੇ ਗੁਰੂ ਵਾਲੇ ਪਾਸੇ ਮੂੰਹ ਫੇਰ ਲਿਆ। ਮਾਇਆ ਵਾਲੇ ਪਾਸੇ ਮੂੰਹ ਜਿਹੜਾ ਉਹ ਹੋ ਗਿਆ। ਤਿੰਨ ਜੋਨ ਪਵਾਈਏ, ਫਿਰ ਗੁਰੂ ਇਹਨਾਂ ਨੂੰ ਮੁਕਤੀ ਨਹੀਂ ਦੇਵੇਗਾ। ਗੁਰੂ ਜੀ ਆਖਦੇ ਨੇ ਦੁਨੀਆ ਦੇ ਵਿੱਚ ਪਾਉਣਗੇ ਬੰਧਨ ਬਾਧਿਆ ਆਈਏ ਜਾਈਏ। ਇਸ ਤਰ੍ਹਾਂ ਬੰਧਨ ਦੇ ਵਿੱਚ ਵੱਜਿਆ ਹੋਇਆ ਮਨੁੱਖ ਜਿਹੜਾ ਇਹਦਾ ਜੰਮਣਾ ਤੇ ਮਰਨਾ ਹੈ ਨਾ, ਉਹ ਬਣਿਆ ਰਹਿੰਦਾ ਹੈ। ਅੱਗੇ ਗੁਰੂ ਮਹਾਰਾਜ ਜੀ 6ਵੀਂ ਪੌੜੀ ਦੇ ਵਿੱਚ ਗੁਰਮੁਖ ਦੀ ਗੱਲ ਕਰਦੇ ਹਨ ਜੀ। ਗੁਰ ਸੇਵਾ ਤੇ ਲਹਿ ਪਦਾਰਥ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਗੁਰੂ ਦੀ ਸੇਵਾ ਤੋਂ ਨਾ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਦੇ ਅੰਦਰ ਪਦਾਰਥ ਮੰਨੇ ਗਏ ਨੇ। ਜਨਮ ਪਦਾਰਥ ਹੈ, ਨਾਮ ਪਦਾਰਥ ਹੈ, ਗਿਆਨ ਪਦਾਰਥ ਹੈ ਤੇ ਮੁਕਤ ਪਦਾਰਥ ਹੈ। ਇਹ ਪਦਾਰਥ ਨੇ ਜਿਹੜੇ ਇਹ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦੇ ਨੇ। ਜਦੋਂ ਗੁਰੂ ਦੀ ਸੇਵਾ ਇਹਨਾਂ ਪਦਾਰਥਾਂ ਦੀ ਭਾਵਨਾ ਦੇ ਨਾਲ ਕਰਦੇ ਆ ਤੇ ਫਿਰ ਗੁਰੂ ਤੋਂ ਪ੍ਰਾਪਤ ਹੁੰਦੇ ਹਨ ਜੀ। ਹਿਰਦੈ ਨਾਮ ਸਦਾ ਕਿਰਤਾਰਥ। ਕਿਰਤਾਰਥ ਦਾ ਅਰਥ ਹੁੰਦਾ ਸੰਤੋਖ ਦੇ ਵਿੱਚ ਰਹਿਣਾ, ਸੰਤੁਸ਼ਟੀ ਹੋ ਜਾਣੀ, ਸਬਰ ਦੀ ਪ੍ਰਾਪਤੀ ਹੋ ਜਾਣੀ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਦੋਂ ਫਿਰ ਗੁਰੂ ਵਾਲਾ ਹੋ ਕੇ ਗੁਰੂ ਦੀ ਸੇਵਾ ਕਰੇਗਾ ਤੇ ਗੁਰੂ ਤੋਂ ਪਦਾਰਥ ਦੀ ਦਾਤ ਪ੍ਰਾਪਤ ਹੋਵੇਗੀ। ਹਿਰਦੇ ਨਾਮ, ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੋ ਜਾਵੇਗਾ ਸਦਾ ਕਰਤਾਰਥ। ਗੁਰੂ ਕਿਰਪਾ ਕਰੇਗਾ। ਜਦੋਂ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੋ ਗਿਆ ਤੇ ਫਿਰ ਸਦਾ ਸਬਰ ਸੰਤੋਖ ਦੇ ਵਿੱਚ ਰਹਿੰਦਾ ਹੈ ਜੀ। ਸਾਚੀ ਦਰਗਹਿ ਪੂਛ ਨਾ ਹੋਏ। ਹੁਣ ਜਦੋਂ ਸੱਚੀ ਦਰਗਾਹ ਦੇ ਵਿੱਚ ਜਾਂਦਾ ਹੈ ਤੇ ਫਿਰ ਇਸ ਤੋਂ ਲੇਖਾ ਨਹੀਂ ਪੁੱਛਿਆ ਜਾਂਦਾ। ਸੱਚੀ ਦਰਗਾਹ ਦੇ ਵਿੱਚ ਇਹਨੂੰ ਲੇਖਾ ਨਹੀਂ ਦੇਣਾ ਪੈਂਦਾ। ਕਿਉਂ ਨਹੀਂ ਦੇਣਾ ਪੈਂਦਾ? ਗੁਰ ਸੇਵਾ ਤੇ ਲਹਿ ਪਦਾਰਥ, ਗੁਰੂ ਦੀ ਸੇਵਾ ਕਰਕੇ ਮੁਕਤੀ ਵਾਲਾ ਪਦਾਰਥ ਜਿਹੜਾ ਉਹ ਪ੍ਰਾਪਤ ਕਰ ਲਿਆ। ਹਿਰਦੇ ਨਾਮ, ਹਿਰਦੇ ਦੇ ਵਿੱਚ ਨਾਮ ਵਸਿਆ ਹੋਇਆ। ਸਦਾ ਕਰਤਾਰਥ, ਜਿੰਦੇ ਕਰਕੇ ਸਦਾ ਕਰਤਾਰਥ ਹੈ। ਸਬਰ ਸੰਤੋਖ ਦੇ ਵਿੱਚ, ਸੰਤੁਸ਼ਟੀ ਦੇ ਵਿੱਚ। ਸਾਚੀ ਦਰਗੇ ਪੂਛ ਨਾ ਹੋਏ, ਤੇ ਸੱਚੀ ਦਰਗਾਹ ਦੇ ਵਿੱਚ ਫਿਰ ਲੇਖਾ ਨਹੀਂ ਪੁੱਛਿਆ ਜਾਵੇਗਾ ਜੀ। ਮਾਨੇ ਹੁਕਮ ਸੀਜੈ ਦਰ ਸੋਏ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਨਾ, ਉਹਦੇ ਦੋਵੇਂ ਦਰ ਹੀ ਜਿਹੜੇ ਨੇ ਨਾ ਇਹ ਸਫਲੇ ਹੋ ਜਾਂਦੇ ਨੇ। ਮਾਨੇ ਹੁਕਮ ਸੀਜੈ ਦਰ ਸੋਏ, ਉਹ ਸੱਚੇ ਸਤਿਗੁਰ ਦੇ ਦਰ ਤੇ ਜਾ ਕੇ ਪ੍ਰਵਾਨ ਹੋ ਜਾਂਦਾ ਹੈ, ਜਿਹੜਾ ਸੱਚੇ ਸਤਿਗੁਰ ਦੇ ਹੁਕਮ ਨੂੰ ਮੰਨਦਾ ਹੈ। ਹੁਕਮ ਕੀ? ਇਹ ਗੁਰੂ ਦਾ ਹੁਕਮ ਹੈ ਵੀ ਗੁਰੂ ਸਵਾਰਿਆ ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪ, ਬਾਣੀ ਪੜ੍ਹ, ਸੱਚੇ ਸਤਿਗੁਰ ਦੇ ਦਰ ਦੇ ਉੱਤੇ ਸੇਵਾ ਕਰ। ਇਹ ਗੁਰੂ ਦਾ ਹੁਕਮ ਹੈ। ਜਿਹੜਾ ਗੁਰੂ ਸਵਾਰਾ ਇਸ ਤਰ੍ਹਾਂ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਉਹਦਾ ਦਰਗਾਹ ਦੇ ਵਿੱਚ ਗਿਆ ਜਦੋਂ ਦਰ ਤੇ ਪਹੁੰਚਦਾ ਹੈ ਤੇ ਸਤਿਕਾਰ ਹੁੰਦਾ ਹੈ ਜੀ। ਸਤਿਗੁਰ ਮਿਲੈ ਤਾ ਤਿਸ ਕੋ ਜਾਣੈ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਸੱਚਾ ਸਤਿਗੁਰ ਮਿਲੇ ਤਾਂ ਫੇਰ ਹੀ ਗੱਲ ਦੀ ਸਮਝ ਆਵੇ ਨਾ, ਫੇਰ ਹੀ ਅਸੀਂ ਕੁਝ ਜਾਣਨਾ ਕਰੀਏ। ਜਦੋਂ ਸੱਚਾ ਸਤਿਗੁਰ ਹੀ ਨਾ ਮਿਲੇ ਤੇ ਫਿਰ ਜਾਣਿਆ ਕਿਵੇਂ ਜਾਵੇ? ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ। ਜੇ ਸੱਚਾ ਸਤਿਗੁਰ ਮਿਲੇ ਤੇ ਫਿਰ ਪਰਮਾਤਮਾ ਦਾ ਪਤਾ ਲੱਗਦਾ, ਫਿਰ ਵਾਹਿਗੁਰੂ ਦਾ ਪਤਾ ਲੱਗਦਾ ਹੈ ਜੀ। ਰਹਿ ਰਜਾਈ ਹੁਕਮ ਪਛਾਣੈ। ਜਿਹਨੂੰ ਸੱਚਾ ਸਤਿਗੁਰ ਮਿਲ ਗਿਆ ਉਹ ਗੁਰੂ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ ਤੇ ਗੁਰੂ ਦੇ ਹੁਕਮ ਦੀ ਪਛਾਣ ਕਰਦਾ ਹੈ। ਇਹ ਦੋ ਸ਼ਬਦ ਆਉਂਦੇ ਨੇ, ਰਜਾਈ ਤੇ ਹੁਕਮ। ਦਾਸ ਨੇ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ, ਕਈ ਸ਼ਬਦ ਨੇ ਉਹ ਦੋ ਜਦੋਂ ਇਕੱਠੇ ਆਉਂਦੇ ਨੇ ਨਾ, ਉਹਨਾਂ ਦਾ ਇੱਕ ਵਿਲੱਖਣ ਅਰਥ ਬਣਦਾ ਹੈ। ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤਾ, ਹੁਕਮ ਰਜਾਈ ਚੱਲਣਾ। ਰਜਾਈ ਦਾ ਅਰਥ ਹੈ ਰਜਾ, ਮੌਜ। ਉਸ ਪਰਮਾਤਮਾ ਨੇ ਆਪਣੀ ਮੌਜ ਦੇ ਵਿੱਚ ਆਣ ਕੇ ਜੋ ਹੁਕਮ ਕੀਤਾ ਨਾ, ਉਹਦੇ ਵਿੱਚ ਸਾਨੂੰ ਚੱਲਣਾ ਚਾਹੀਦਾ ਹੈ। ਹੁਕਮ ਰਜਾਈ ਚੱਲਣਾ ਪਰਮਾਤਮਾ ਦੀ ਮੌਜ ਹੈ। ਉਹਨੇ ਆਪਣੀ ਮੌਜ ਦੇ ਵਿੱਚ ਆਏ ਨੇ ਜੋ ਹੁਕਮ ਕਰ ਦਿੱਤਾ ਹੈ, ਉਸ ਹੁਕਮ ਦੇ ਵਿੱਚ ਅਸੀਂ ਚੱਲਣਾ ਹੈ।
ਜੇ ਉਹਦੇ ਹੁਕਮ ਦੇ ਵਿੱਚ ਚੱਲਾਂਗੇ ਤੇ ਫਿਰ ਉਸ ਦੇ ਹੁਕਮ ਨੂੰ ਅਸੀਂ ਮੰਨਦੇ ਹਾਂ, ਉਹਦੀ ਰਜ਼ਾ ਨੂੰ ਅਸੀਂ ਮੰਨਦੇ ਹਾਂ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਰਹਿ ਰਜਾਈ ਉਹਦੀ ਰਜ਼ਾ ਦੇ ਵਿੱਚ ਰਹਿਣਾ ਹੈ। ਹੁਕਮ ਪਛਾਣੇ ਤੇ ਉਸ ਦੇ ਹੁਕਮ ਦੀ ਪਛਾਣ ਕਰਨੀ ਹੈ। ਜਿਹੜਾ ਰਜ਼ਾ ਦੇ ਵਿੱਚ ਰਹਿੰਦਾ ਉਹ ਹੁਕਮ ਦੀ ਪਛਾਣ ਕਰ ਲੈਂਦਾ ਹੈ। ਜਿਹੜਾ ਰਜ਼ਾ ਦੇ ਵਿੱਚ ਨਹੀਂ ਰਹਿੰਦਾ ਉਹ ਹੁਕਮ ਦੀ ਪਛਾਣ ਨਹੀਂ ਕਰ ਸਕਦਾ। ਰਜ਼ਾ ਕੀ ਹੈ? ਉਸ ਪਰਮਾਤਮਾ ਨੇ ਜਦੋਂ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਤੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਡਾ ਸਾਰਾ ਕਰਮ ਹੈ ਜਿਹੜਾ ਉਸ ਪਰਮਾਤਮਾ ਨੇ ਲਿਖ ਦਿੱਤਾ ਹੈ। ਉਹਦੀ ਰਜ਼ਾ ਦੇ ਨਾਲ ਲਿਖਿਆ ਗਿਆ ਜੋ ਹੈ ਉਸ ਦੇ ਵਿੱਚ ਨਿਰਵਾਹ ਕਰਨਾ, ਇਹ ਉਹਦੀ ਰਜ਼ਾ ਦੇ ਵਿੱਚ ਰਹਿਣਾ ਹੈ। ਤੇ ਹੁਕਮ ਉਸ ਦਾ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਉਸ ਦੇ ਹੁਕਮ ਦੇ ਅੰਦਰ ਹੀ ਅਸੀਂ ਸਾਰੇ ਹਾਂ ਤੇ ਬਾਹਰ ਹੁਕਮ ਤੋਂ ਕੋਈ ਵੀ ਨਹੀਂ ਹੈਗਾ। ਸੂਰਜ ਨੂੰ ਹੁਕਮ ਹੈ ਵੀ ਤੂੰ ਇਤਨੇ ਵਜੇ ਨਿਕਲਣਾ ਤੇ ਇਤਨੇ ਵਜੇ ਛਿਪ ਜਾਣਾ ਹੈ। ਉਸੇ ਤਰ੍ਹਾਂ ਸਾਨੂੰ ਵੀ ਕਈ ਹੁਕਮ ਨੇ ਉਸ ਦੇ ਵੱਲੋਂ, ਗੁਰੂ ਦੇ ਵੱਲੋਂ। ਅਸੀਂ ਵੀ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਹੈ, ਉਹਨਾਂ ਹੁਕਮਾਂ ਦੇ ਵਿੱਚ ਰਹਿਣਾ ਹੈ। ਸਾਨੂੰ ਜੋ ਕੁਝ ਵੀ ਮਿਲ ਰਿਹਾ ਹੈ, ਭਾਵੇਂ ਦੁੱਖ ਵਾਲਾ ਮਿਲ ਰਿਹਾ ਹੈ, ਭਾਵੇਂ ਸੁੱਖ ਵਾਲਾ ਮਿਲ ਰਿਹਾ ਹੈ, ਇਹ ਉਸ ਦੀ ਰਜ਼ਾ ਦੇ ਨਾਲ ਮਿਲ ਰਿਹਾ ਹੈ। ਤੇ ਹੁਕਮ ਹੈ ਜਿਹੜਾ ਇਹ ਗੁਰੂ ਵੱਲੋਂ ਸਾਨੂੰ ਕੀਤਾ ਗਿਆ ਵੀ ਤੂੰ ਉਸ ਦੀ ਰਜ਼ਾ ਦੇ ਵਿੱਚ ਰਹਿ ਕੇ ਨਾਮ ਜਪੀ ਜਾਂ ਸਿਮਰਨ ਕਰਦਾ ਰਹੋ। ਮੇਰੇ ਕੋਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਰਹਿਣਾ ਉਸ ਦੀ ਰਜ਼ਾ ਦੇ ਵਿੱਚ, ਹੁਕਮ ਗੁਰੂ ਦਾ ਮੰਨਣਾ ਹੈ। ਗੁਰੂ ਦਾ ਹੁਕਮ ਹੈ ਨਾਮ ਜਪ ਸਿਮਰਨ ਕਰ, ਬਾਣੀ ਪੜ੍ਹ, ਦੁੱਖ ਤੇ ਸੁੱਖ ਨੂੰ ਨਾ। ਤੂੰ ਬਾਣੀ ਪੜ੍ਹ ਕੇ ਨਾਮ ਜਪ ਕੇ ਤੇ ਉਸ ਸਮੇਂ ਨੂੰ ਗੁਜ਼ਾਰਨਾ ਕਰ। ਰਜ਼ਾ ਦੇ ਨਾਲ ਸਾਨੂੰ ਦੁੱਖ ਤੇ ਸੁੱਖ ਮਿਲਿਆ ਹੈ ਤੇ ਹੁਕਮ ਦੇ ਨਾਲ ਅਸੀਂ ਉਸ ਪਰਮਾਤਮਾ ਦਾ ਨਾਮ ਹੀ ਜਿਹੜਾ ਉਹ ਜਪ ਰਹੇ ਹਾਂ। ਰਹਿ ਰਜਾਈ ਹੁਕਮ ਪਛਾਣੇ, ਆਪਣੇ ਗੁਰੂ ਦੇ ਹੁਕਮ ਦੀ ਪਛਾਣ ਕਰਦਾ ਰਵੇ ਵੀ ਗੁਰੂ ਨੇ ਮੈਨੂੰ ਕੀ ਹੁਕਮ ਦਿੱਤਾ ਹੈ। ਰਹਿ ਰਜਾਈ ਤੇ ਜੋ ਪਰਮਾਤਮਾ ਨੇ ਸਾਡੇ ਕਰਮਾਂ ਦੇ ਵਿੱਚ ਦੁੱਖ ਤੇ ਸੁੱਖ ਲਿਖ ਦਿੱਤੇ ਨੇ, ਇਹ ਉਸ ਦੀ ਰਜ਼ਾ ਹੈ। ਉਸ ਦੀ ਰਜ਼ਾ ਦੇ ਵਿੱਚ ਰਹਿਣਾ ਹੈ ਜੀ। ਹੁਕਮ ਪਛਾਣ ਸੱਚਾ ਦਰਵਾਸ। ਜੇ ਗੁਰੂ ਦਾ ਹੁਕਮ ਪਛਾਣ ਲਵੇਂਗਾ ਤੇ ਫਿਰ ਸੱਚੇ ਦਰ ਦੇ ਉੱਤੇ ਜਾ ਕੇ ਤੇਰਾ ਵਾਸਾ ਹੋ ਜਾਏਗਾ। ਸ਼ਬਦ ਬੜੇ ਅਮੋਲ ਨੇ, ਜੇ ਕਿਤੇ ਸਮਝ ਆ ਜਾਣ। ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਨੇ ਰਜ਼ਾ ਤੇ ਹੁਕਮ, ਤੇ ਅੱਜ ਵੀ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਰਜ਼ਾ ਤੇ ਹੁਕਮ। ਯਤਨ ਮੇਰਾ ਹੀ ਇਹ ਵੀ ਗੱਲ ਹੈ ਜਿਹੜੀ ਉਹ ਸਮਝ ਦੇ ਵਿੱਚ ਆਵੇ। ਉਸ ਪਰਮਾਤਮਾ ਦੀ ਰਜ਼ਾ ਹੈ, ਰਜ਼ਾ ਦੇ ਨਾਲ ਸਾਨੂੰ ਦੁੱਖ ਤੇ ਸੁੱਖ ਮਿਲਦਾ ਹੈ। ਕਦੇ ਕੋਈ ਵੀ ਪਿਓ ਹੈ ਜਿਹੜਾ ਉਹ ਆਪਣੇ ਪੁੱਤਰ ਨੂੰ ਦੁੱਖ ਨਹੀਂ ਦਿੰਦਾ। ਸੁੱਖ ਤਾਂ ਦੇਵੇਗਾ, ਦੁੱਖ ਨਹੀਂ ਦਿੰਦਾ। ਮਾਪੇ ਨੇ ਜਿਹੜੇ, ਉਹਨਾਂ ਦਾ ਇੱਕੋ ਤੇ ਇੱਕ ਯਤਨ ਹੁੰਦਾ ਹੈ ਵੀ ਸਾਡੀ ਸੰਤਾਨ ਹੈ ਨਾ ਜਿਹੜੀ ਇਹ ਸੁਖੀ ਰਵੇ। ਹੁਣ ਗੁਰੂ ਇਹ ਸਾਡਾ ਪਿਤਾ ਹੈ। ਤੂੰ ਹੀ ਪਿਤਾ, ਤੂੰ ਹੀ ਮਾਤਾ, ਇਹੀ ਸਾਡਾ ਮਾਤਾ ਹੈ ਤੇ ਇਹੀ ਸਾਡਾ ਪਿਤਾ। ਤੇ ਹੁਣ ਕਿਹੜਾ ਪਿਓ ਜਿਹੜਾ ਆਪਣੇ ਪੁੱਤਰਾਂ ਨੂੰ ਦੁੱਖ ਦੇਵੇ? ਫਿਰ ਸਾਨੂੰ ਦੁੱਖ ਆਉਂਦਾ ਕਿਉਂ ਹੈ? ਇਹ ਉਸ ਪਰਮਾਤਮਾ ਦੀ ਰਜ਼ਾ ਹੈ। ਮੇਰੇ ਖਿਆਲ ਹੁਣ ਗੱਲ ਪਕੜ ਦੇ ਵਿੱਚ ਆ ਜਾਵੇਗੀ। ਇਹ ਉਸ ਵਾਹਿਗੁਰੂ ਦੀ ਰਜ਼ਾ ਹੈ, ਪਰਮਾਤਮਾ ਦੀ ਰਜ਼ਾ ਹੈ। ਉਸ ਦੀ ਰਜ਼ਾ ਦੇ ਨਾਲ ਸਾਨੂੰ ਦੁੱਖ ਤੇ ਸੁੱਖ ਮਿਲ ਰਿਹਾ ਹੈ। ਤੇ ਗੁਰੂ ਹੈ ਜਿਹੜਾ ਸਾਡਾ, ਇਹਦਾ ਸਾਡੇ ਤੇ ਹੁਕਮ ਹੈ ਵੀ ਤੂੰ ਗੁਰੂ ਸਵਾਰਿਆ ਨਾਮ ਜਪ ਸਿਮਰਨ ਕਰ। ਦੁੱਖ ਸੁੱਖ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਸਿਮਰਨ ਕਰੀ ਜਾਏ। ਇੱਕ ਨੁਕਤੇ ਦੇ ਨਾਲ ਮੈਂ ਸਮਝਾਵਾਂ। ਬੱਚੇ ਨੂੰ ਬੁਖਾਰ ਚੜ੍ਹ ਗਿਆ, ਬੁਖਾਰ ਚੜ੍ਹਿਆ ਤੇ ਮਾਤਾ ਪਿਤਾ ਜਿਹੜਾ ਹੁਣ ਬੱਚੇ ਦੀ ਸੰਭਾਲ ਕਰ ਰਿਹਾ ਹੈ, ਉਹਨੂੰ ਪਾਣੀ ਪਿਆ ਰਿਹਾ ਹੈ, ਉਹਨੂੰ ਦਵਾਈ ਬੂਟੀ ਦੇ ਰਿਹਾ ਹੈ। ਪਾਣੀ ਵੀ ਪਿਆਉਂਦਾ ਹੈ, ਦਵਾਈ ਬੂਟੀ ਵੀ ਦਿੰਦਾ। ਹੁਣ ਵੇਖੋ ਦਵਾਈ ਹੈ ਕੌੜੀ, ਬੱਚਾ ਜਿਹੜਾ ਉਹ ਕੌੜੀ ਦਵਾਈ ਨਹੀਂ ਖਾਂਦਾ ਤੇ ਪਿਤਾ ਜਿਹੜਾ ਉਹ ਹੁਕਮ ਕਰਦਾ ਵੀ ਤੈਨੂੰ ਖਾਣੀ ਪਏਗੀ, ਜੇ ਤੂੰ ਖਾਏਗਾ ਤੇ ਠੀਕ ਹੋਏਗਾ। ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹੁਕਮ ਕਰਦੇ ਨੇ ਵੀ ਨਾਮ ਜਪਣਾ ਹੋ ਸਕਦਾ ਔਖੀ ਘੜੀ ਦੇ ਵਿੱਚ ਤੈਨੂੰ ਕੌੜਾ ਲੱਗੇ, ਔਖਾ ਲੱਗੇ। ਦਾਸ ਨੇ ਕਈਆਂ ਤੋਂ ਇਹ ਵੀ ਸੁਣਿਆ ਵੀ ਬੜਾ ਨਾਮ ਜਪਦੇ ਆ, ਬੜੀ ਬਾਣੀ ਪੜ੍ਹਦੇ ਆ, ਪਰ ਫਾਇਦਾ ਤਾਂ ਕੋਈ ਹੁੰਦਾ ਨਹੀਂ। ਵੀ ਬਿਮਾਰੀ ਬਾਹਲੀ ਵੱਡੀ ਹੈ, ਫਿਰ ਹੁਣ ਹੌਲੀ ਹੌਲੀ ਠੀਕ ਹੋਏਗੀ ਨਾ, ਠੀਕ ਹੋ ਜਾਵੇਗੀ। ਸਰਬ ਰੋਗਾ ਔਖਦ ਨਾਮ ਦਵਾਈ ਹੈ ਤੇ ਇਹਦੇ ਨਾਲ ਅਸੀਂ ਠੀਕ ਜ਼ਰੂਰ ਹੋ ਜਾਵਾਂਗੇ। ਗੁਰੂ ਦਾ ਹੁਕਮ ਹੈ ਜਿਹੜਾ ਉਹ ਅਸੀਂ ਮੰਨਦੇ ਰਹੀਏ, ਦਵਾਈ ਖਾਂਦੇ ਰਹੀਏ ਤੇ ਉਹਦੀ ਰਜ਼ਾ ਜਿਹੜੀ, ਉਹਦੀ ਰਜ਼ਾ ਦੇ ਨਾਲ ਜੋ ਦੁੱਖ ਸੁੱਖ ਹੈ ਨਾ, ਇਹ ਫਿਰ ਗੁਰੂ ਦੁਆਰਾ ਦਿੱਤੀ ਗਈ ਦਵਾਈ ਦੇ ਨਾਲ ਹੀ ਠੀਕ ਹੋਏਗਾ।
ਰਹਿ ਰਜਾਈ ਹੁਕਮ ਪਛਾਣੇ। ਗੁਰੂ ਜੀ ਰਹਿਮਤ ਕਰਦੇ ਨੇ, ਗੁਰੂ ਦੇ ਹੁਕਮ ਨੂੰ ਪਛਾਣ। ਗੁਰੂ ਦਾ ਹੁਕਮ ਹੈ ਤੂੰ ਨਾਮ ਜਪ ਤੇ ਰਜਾ ਪਰਮਾਤਮਾ ਦੀ, ਉਹਦੀ ਮੌਜ ਦੇ ਵਿੱਚ ਤੈਨੂੰ ਜੋ ਦੁੱਖ ਤੇ ਸੁੱਖ ਮਿਲਿਆ ਉਹਨੂੰ ਭੋਗਣਾ ਕਰ। ਅੱਗੇ ਸੱਚੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਹੁਕਮ ਪਛਾਣ ਸੱਚੇ ਦਰਬਾਸ। ਜਿਹਨੇ ਆਪਣੇ ਗੁਰੂ ਦਾ ਹੁਕਮ ਪਛਾਣ ਲਿਆ ਨਾ, ਉਹਦਾ ਵਾਸਾ ਫਿਰ ਸੱਚੇ ਦਰ ਦੇ ਵਿੱਚ ਜਾ ਕੇ ਹੋ ਗਿਆ ਹੈ ਜੀ। ਕਾਲ ਬੇਕਾਲ ਸ਼ਬਦ ਭਏ ਨਾਸ। ਕਾਲ ਕਹਿੰਦੇ ਨੇ ਸਮੇਂ ਨੂੰ ਤੇ ਬਕਾਲ ਕਹਿੰਦੇ ਨੇ ਔਖੇ ਸਮੇਂ ਨੂੰ। ਕਾਲ ਬੇਕਾਲ ਸਮੇਂ ਨੂੰ ਤੇ ਔਖੇ ਸਮੇਂ ਨੂੰ। ਸਮਾਂ ਜਿਹੜਾ ਕਈ ਵਾਰੀ ਸਮਾਂ ਸੁੱਖ ਵਾਲਾ ਹੁੰਦਾ ਹੈ, ਕਈ ਵਾਰੀ ਦੁੱਖ ਵਾਲਾ ਹੁੰਦਾ ਹੈ। ਸ਼ਬਦ ਭੈ ਨਾਸ। ਹੁਣ ਗੁਰੂ ਦਾ ਹੁਕਮ ਮੰਨ ਕੇ ਅਸੀਂ ਸ਼ਬਦ ਦੀ ਕਮਾਈ ਕੀਤੀ ਏ। ਸ਼ਬਦ ਦੀ ਕਮਾਈ ਦੇ ਨਾਲ ਅਸੀਂ ਦੁੱਖ ਤੇ ਸੁੱਖ ਦੋਵਾਂ ਤੋਂ ਹੀ ਰਹਿਤ ਹੋ ਗਏ ਹਾਂ। ਸੁੱਖ ਤੇ ਦੁੱਖ ਤੋਂ ਜਿਹੜੀ ਅੱਗੇ ਦੀ ਅਵਸਥਾ ਹੈ ਨਾ, ਜਿਹਨੂੰ ਆਨੰਦ ਦੀ ਅਵਸਥਾ ਆ ਗਿਆ, ਉੱਥੇ ਚਲੇ ਗਏ ਹਾਂ। ਸੁੱਖ ਤੇ ਦੁੱਖ ਪਿੱਛੇ ਰਹਿ ਗਏ ਨੇ। ਹੁਣ ਸੁੱਖ ਤੇ ਦੁੱਖ ਜਦੋਂ ਪਿੱਛੇ ਰਹਿ ਗਏ ਨੇ ਤੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ। ਕਾਲ ਬਕਾਲ ਸ਼ਬਦ ਭੈ ਨਾਸ। ਗੁਰੂ ਦੇ ਸ਼ਬਦ ਦੀ ਕਮਾਈ ਕੀਤਿਆਂ ਗੁਰੂ ਨੇ ਕਿਰਪਾ ਕੀਤੀ, ਸਾਨੂੰ ਔਖੇ ਤੇ ਸੌਖੇ ਸਮੇਂ ਦੇ ਵਿੱਚੋਂ ਬਾਹਰ ਕੱਢ ਕੇ ਜਿਹੜੀ ਇਸ ਤੋਂ ਅੱਗੇ ਦੀ ਅਵਸਥਾ ਹੈ, ਆਨੰਦ ਵਾਲੀ ਅਵਸਥਾ, ਉੱਥੇ ਪਹੁੰਚਾ ਦਿੱਤਾ ਹੈ ਜੀ। ਰਹਿ ਅਤੀਤ ਜਾਣੈ ਸਭ ਤਿਸ ਕਾ। ਹੁਣ ਇਹ ਆਨੰਦ ਵਾਲੀ ਅਵਸਥਾ ਕਿਹੜੀ ਏ, ਇਹਦਾ ਖੁਲਾਸਾ ਆਖਰੀ ਪੌੜੀ ਦੇ ਵਿੱਚ ਗੁਰੂ ਜੀ ਕਰਦੇ ਨੇ। ਰਹਿ ਅਤੀਤ। ਅਤੀਤ ਦਾ ਅਰਥ ਹੁੰਦਾ ਹੈ ਤਿਆਗ ਵਾਲੀ ਬਿਰਤੀ, ਤਿਆਗੀ ਬਣ ਕੇ ਰਹਿਣਾ ਹੈ। ਰਹਿ ਅਤੀਤ ਜਾਣੇ ਸਭ ਤਿਸ ਕਾ। ਜੋ ਕੁਝ ਵੀ ਹੈ ਨਾ ਉਹ ਪਰਮਾਤਮਾ ਦਾ ਹੈ ਤੇ ਆਪ ਰਹਿਣਾ ਅਤੀਤ ਬਣ ਕੇ। ਇੱਥੇ ਮੈਂ ਇੱਕ ਗੱਲ ਆਪ ਜੀ ਨੂੰ ਜ਼ਰੂਰ ਸਮਝਾਣੀ ਕਰਾਂਗਾ। ਜਿਤਨਾ ਕੁਝ ਵੀ ਸਾਡੇ ਕੋਲ ਹੈਗਾ ਨਾ, ਕਹਿੰਦੇ ਅਸੀਂ ਪਹਿਰੇਦਾਰ ਬਣ ਕੇ ਰਹਿਣਾ, ਮਾਲਕ ਬਣ ਕੇ ਨਹੀਂ ਰਹਿਣਾ। ਸਾਡੇ ਘਰੇ ਮਸ਼ੀਨਰੀਆਂ ਨੇ, ਸਾਡੇ ਘਰੇ ਹੋਰ ਸੁੱਖ ਦੇ ਸਾਧਨ ਨੇ। ਜੇ ਅਸੀਂ ਅਤੀਤ ਬਿਰਤੀ ਦੇ ਵਿੱਚ ਜਾਣਾ ਚਾਹੁੰਦੇ ਹਾਂ ਨਾ, ਤੇ ਫਿਰ ਅਸੀਂ ਇਹਨਾਂ ਦੇ ਪਹਿਰੇਦਾਰ ਬਣ ਕੇ ਰਹੀਏ। ਕਿਉਂਕਿ ਪਹਿਰੇ ਤੋਂ ਬਿਨਾਂ ਚੀਜ਼ ਜਿਹੜੀ ਉਹ ਲਵਾਰਸ ਹੋ ਜਾਂਦੀ ਹੈ, ਤੇ ਜਿਹੜੀ ਲਵਾਰਸ ਚੀਜ਼ ਹੈ ਉਹਦੀ ਮਨਿਆਦ ਘਟ ਜਾਂਦੀ ਹੈ। ਮੈਂ ਕੋਸ਼ਿਸ਼ ਤਾਂ ਕਰਾਂਗਾ ਆਪ ਜੀ ਨੂੰ ਗ੍ਰਿਸ਼ਟ ਆਸਣਾਂ ਦੇ ਵਿੱਚ ਅਤੀਤ ਬਣ ਕੇ ਰਹਿਣਾ ਨਾ ਜਿਹੜਾ, ਉਹ ਜਾਚ ਆ ਜਾਵੇ। ਜੇ ਕਿਸੇ ਚੀਜ਼ ਨੂੰ ਛੱਡ ਦਈਏ ਨਾ ਤੇ ਉਹ ਫਿਰ ਲਵਾਰਸ ਹੋ ਜਾਂਦੀ ਹੈ, ਤੇ ਜਿਹੜੀ ਲਵਾਰਸ ਚੀਜ਼ ਹੁੰਦੀ ਹੈ ਉਹਦੀ ਮਨਿਆਦ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਇੱਕ ਨੁਕਤੇ ਨਾਲ ਮੈਂ ਸਮਝਾਣਾ, ਜਿਵੇਂ ਵੇਖੋ ਗੁਰੂ ਘਰ ਦੀ ਕੋਈ ਮਸ਼ੀਨਰੀ ਹੈ ਬਾਹਰ ਖੜੀ ਹੈ, ਅਸੀਂ ਸਾਰੀ ਅਤੀਤ ਆ, ਅਸੀਂ ਤਾਂ ਇਹਨੂੰ ਹੱਥ ਨਹੀਂ ਲਾਣਾ, ਤੇ ਫਿਰ ਇਹ ਲਵਾਰਸ ਹੋ ਗਈ ਹੈ। ਜਦੋਂ ਲਵਾਰਸ ਹੋ ਗਈ ਹੈ ਤੇ ਫਿਰ ਮੀਂਹ ਕਣੀ ਧੁੱਪ ਦੇ ਵਿੱਚ ਇਹਦਾ ਨੁਕਸਾਨ ਹੋਏਗਾ। ਇਹਨੇ ਜਿੱਥੇ 10 ਸਾਲ ਕੱਢਣੇ ਨੇ 5 ਸਾਲ ਕੱਢੇਗੀ। ਜੇ ਅਸੀਂ ਇਹ ਗੱਲ ਦੇ ਨਾਲ ਜਿਉਣਾ ਕਰਾਂਗੇ ਭਈ ਇਹ ਹੈ ਤਾਂ ਗੁਰੂ ਦੀ, ਅਸੀਂ ਇਸ ਦੇ ਪਹਿਰੇਦਾਰਾਂ ਤੇ ਇਹਦੀ ਸੰਭਾਲ ਅਸੀਂ ਕਰਨੀ, ਅਸੀਂ ਇਹਨੂੰ ਲਵਾਰਸ ਨਹੀਂ ਹੋਣ ਦੇਣਾ। ਫਿਰ ਅਸੀਂ ਇਹਦੀ ਸੰਭਾਲ ਕਰਾਂਗੇ, ਇਹਦੀ ਮਨਿਆਦ ਵਧੇਗੀ। ਇਸ ਤਰ੍ਹਾਂ ਅਸੀਂ ਪਹਿਰੇਦਾਰ ਬਣ ਕੇ ਰਹਿਣਾ। ਧੰਨ ਗੁਰੂ ਰਾਮਦਾਸ ਜੀ ਸੱਚੇ ਸਤਿਗੁਰ। ਸਾਖੀ ਤਾਂ ਲੰਮੀ ਹੈ, ਸਮਾਂ ਹੋ ਗਿਆ। ਥੋੜੇ ਸ਼ਬਦਾਂ ਦੇ ਵਿੱਚ ਆਪ ਜੀ ਨੂੰ ਸਮਝਾਉਣ ਦਾ ਮੈਂ ਯਤਨ ਕਰਾਂਗਾ। ਧੰਨ ਗੁਰੂ ਰਾਮਦਾਸ ਜੀ ਸੇਵਾ ਕਰ ਰਹੇ ਸਨ ਰਾਤ ਦੇ 11 ਵਜੇ, ਤੇ ਧੰਨ ਗੁਰੂ ਅਮਰਦਾਸ ਜੀ, ਬਾਬਾ ਬੁੱਢਾ ਜੀ ਤੇ ਹੋਰ ਸਿੰਘਾਂ ਨੂੰ ਨਾਲ ਲੈ ਕੇ ਨਾ, ਭਾਈ ਬੱਲੂ ਜੀ ਜੋ ਧੰਨ ਗੁਰੂ ਅਮਰਦਾਸ ਜੀ ਦੇ ਸੇਵਾਦਾਰ ਸਨ, ਉਹਨਾਂ ਨੂੰ ਨਾਲ ਲੈ ਕੇ ਤੇ ਬੋਲੀ ਸਾਹਿਬ ਤੇ ਆ ਗਏ ਨੇ। ਤੇ ਆਣ ਕੇ ਪੁੱਛਿਆ, ਭਾਈ ਤੁਸੀਂ ਕੌਣ? ਕਹਿੰਦਾ ਜੀ ਮੈਂ ਆਪ ਜੀ ਦਾ ਦਾਸ ਹਾਂ। ਕੀ ਕਰ ਰਹੇ ਹੋ? ਕਹਿੰਦਾ ਸੱਚੇ ਸਤਿਗੁਰ ਇਹਨਾਂ ਸੰਗਤ ਦੁਆਰਾ ਜਿੱਥੇ ਵੀ ਸੇਵਾ ਕਰਦੇ ਕਰਦੇ ਕੋਈ ਬੱਠਾ ਲੈ, ਕੋਈ ਬੁੱਕ ਕਰੇ, ਉੱਥੇ ਹੀ ਛੱਡ ਕੇ ਚਲੇ ਜਾਂਦੇ ਨੇ, ਤੇ ਮੈਂ ਉਹ ਸੰਭਾਲ ਰਿਹਾ। ਤੇ ਗੁਰੂ ਅਮਰਦਾਸ ਜੀ ਨੇ ਪੁੱਛਿਆ, ਫਿਰ ਜਦੋਂ ਉਹ ਛੱਡ ਕੇ ਚਲੇ ਗਏ ਨੇ ਤੇ ਤੁਸੀਂ ਕਿਉਂ ਸੰਭਾਲਦੇ ਹੋ? ਕਹਿੰਦਾ ਜੀ ਲੋਕੀ ਨੇ ਜਿਹੜੇ, ਉਹਨਾਂ ਦਾ ਇਹ ਘਰ ਨਹੀਂ, ਮੇਰਾ ਇਹ ਘਰ ਹੈ। ਮੈਂ ਇਸ ਘਰ ਦਾ ਦਾਸ ਹਾਂ, ਮੈਂ ਇਸ ਘਰ ਦਾ ਦਾਸ ਹਾਂ। ਤੇ ਜਿਹੜਾ ਘਰ ਦਾ ਦਾਸ ਹੁੰਦਾ ਨਾ, ਉਹ ਫਿਰ ਆਪਣੇ ਮਾਲਕ ਦੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਦਾ। ਦਾਸ ਉਸੇ ਨੂੰ ਆਖਿਆ ਜਾਂਦਾ, ਤੇ ਦੂਜੇ ਨੂੰ ਆਖਿਆ ਜਾਂਦਾ ਨੌਕਰ। ਜਿਹੜਾ ਬੜੀ ਔਖੀ ਜੀ ਗੱਲ ਹੈ, ਮੈਨੂੰ ਕਹਿਣੀ ਵੀ ਔਖੀ ਲੱਗ ਰਹੀ ਹੈ ਤੇ ਤੁਹਾਨੂੰ ਸਹਾਰਨੀ ਵੀ ਔਖੀ ਹੋਏਗੀ। ਅਸੀਂ ਇੱਥੇ ਡਿਊਟੀਆਂ ਕਰਦੇ ਹਾਂ,
ਅਸੀਂ ਦਾਸ ਬਣ ਕੇ ਡਿਊਟੀ ਕਰ ਰਹੇ ਹਾਂ ਜਾਂ ਨੌਕਰ ਬਣ ਕੇ ਡਿਊਟੀ ਕਰ ਰਹੇ ਹਾਂ, ਗੁਰੂ ਜਾਣਦਾ ਹੈ। ਸਾਨੂੰ ਵੀ ਨਹੀਂ ਪਤਾ ਤੇ ਹੋ ਸਕਦਾ ਸੰਗਤ ਨੂੰ ਵੀ ਨਾ ਪਤਾ ਲੱਗਦਾ ਹੋਵੇ। ਜਿਹੜਾ ਦਾਸ ਬਣ ਕੇ ਡਿਊਟੀ ਕਰਦਾ, ਦਾਸ ਬਣ ਕੇ ਇੱਥੇ ਰਹਿੰਦਾ ਨਾ, ਉਹ ਫਿਰ ਸਮੇਂ ਦੀ ਪਾਬੰਦੀ ਦੇ ਵਿੱਚ ਨਹੀਂ ਰਹੇਗਾ। ਉਹ ਸਮੇਂ ਦੀ ਪਾਬੰਦੀ ਦੇ ਵਿੱਚ ਨਹੀਂ ਰਹੇਗਾ। ਦਾਸ ਦਾ ਕਰਮ ਇਹ ਵੀ ਮੇਰੇ ਮਾਲਕ ਦੀ ਚੀਜ਼ ਹੈ ਤੇ ਖਰਾਬ ਨਾ ਹੋਵੇ। ਜੇ ਕਿਤੇ ਬਲਬ ਜਗਦਾ ਤੇ ਉਹਨੇ ਬੰਦ ਕਰ ਦੇਣਾ ਹੈ, ਜੇ ਕਿਤੇ ਪੱਖਾ ਐਵੇਂ ਚੱਲੀ ਜਾਂਦਾ ਤੇ ਉਹ ਵੀ ਉਹਨੇ ਬੰਦ ਕਰ ਦੇਣਾ। ਜਿੱਥੇ ਕਿਤੇ ਕੋਈ ਹੋਰ ਨੁਕਸਾਨ ਹੁੰਦਾ ਨਾ, ਉਹਨੇ ਉਹਨੂੰ ਠੀਕ ਕਰ ਦੇਣਾ। ਇਹ ਦਾਸ ਹੈ। ਤੇ ਨੌਕਰੇ ਜਿਹੜਾ, ਉਹਨੇ ਕੇਵਲ ਤੇ ਕੇਵਲ ਆਪਣੇ ਸਮੇਂ ਦੇ ਨਾਲ ਉਤਨਾ ਕੁ ਕੰਮ ਕਰਨਾ ਹੈ ਜਿਤਨੇ ਕੁ ਦੇ ਉਹਨੂੰ ਪੈਸੇ ਦਿੱਤੇ ਜਾਂਦੇ ਨੇ। ਇਹ ਫਰਕ ਹੁੰਦਾ ਜੇ ਨੌਕਰ ਦੇ ਵਿੱਚ ਤੇ ਦਾਸ ਦੇ ਵਿੱਚ। ਹੁਣ ਅਸੀਂ ਗੁਰੂ ਘਰ ਦੇ ਦਾਸ ਹਾਂ ਤੇ ਗੁਰੂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਘਰ ਦੇ ਵਿੱਚ ਅਸੀਂ ਵਰਤੋਂ ਦੇ ਵਿੱਚ ਲੈ ਕੇ ਆ ਰਹੇ ਹਾਂ, ਉਹ ਹੈ ਤਾਂ ਗੁਰੂ ਦੀ, ਸੰਭਾਲ ਅਸੀਂ ਕਰਨੀ ਹੈ ਦਾਸ ਬਣ ਕੇ। ਇਹਨੂੰ ਆਖਿਆ ਗੁਰੂ ਜੀ ਨੇ ਅਤੀਤ। ਰਹਿ ਅਤੀਤ ਜਾਣੇ ਸਭ ਤਿਸਕਾ। ਜਾਣਨਾ ਇਹ ਵੀ ਹੈ ਗੁਰੂ ਦਾ। ਸਿੱਧੀ ਤੁਕ ਹੈ, ਬੜੀ ਸਰਲ ਤੁਕ ਹੈ, ਬੜਾ ਸੌਖਾ ਸ਼ਬਦ ਗੁਰੂ ਜੀ ਨੇ ਵਰਤਿਆ। ਜਾਣੇ ਸਭ ਤਿਸਕਾ। ਤਿਸਕਾ ਤੋਂ ਭਾਵ ਹੈ ਗੁਰੂ ਦਾ ਜਾਂ ਰੱਬ ਦਾ। ਜਾਂ ਤਾਂ ਇਹ ਜਾਣੇ ਵੀ ਮੈਨੂੰ ਗੁਰੂ ਨੇ ਦਿੱਤਾ, ਜਾਂ ਇਹ ਜਾਣੇ ਮੈਨੂੰ ਪਰਮਾਤਮਾ ਨੇ ਦਿੱਤਾ। ਤੇ ਫਰਕ ਦੋਵਾਂ ਦੇ ਵਿੱਚ ਹੀ ਕੋਈ ਨਹੀਂ। ਪਰਮਾਤਮਾ ਗੁਰੂ ਹੋ ਕੇ ਸਾਨੂੰ ਤਾਰਦਾ ਤੇ ਗੁਰੂ ਹੈ ਜਿਹੜਾ ਪਰਮਾਤਮਾ ਹੋ ਕੇ ਸਾਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਫਰਕ ਨਹੀਂ ਹੈਗਾ। ਗੁਰੂ ਬਣ ਕੇ ਪਰਮਾਤਮਾ ਸਾਨੂੰ ਰਾਹ ਦੱਸਦਾ ਤੇ ਪਰਮਾਤਮਾ ਬਣ ਕੇ ਅੱਗੇ ਮੰਜ਼ਿਲ ਬਣ ਕੇ ਸਾਨੂੰ ਆਪਣੇ ਨਾਲ ਲੀਨ ਕਰ ਲੈਂਦਾ ਹੈ। ਜਾਣੇ ਸਭ ਤਿਸਕਾ। ਜਾਣਨਾ ਸਾਰਾ ਕੁਝ ਗੁਰੂ ਦਾ। ਰਹੇ ਅਤੀਤ, ਤੇ ਅਤੀਤ ਰਹਿਣਾ ਹੈ। ਅਤੀਤ ਰਹਿਣ ਤੋਂ ਇਹ ਨਹੀਂ ਸਮਝ ਲੈਣਾ ਵੀ ਇਹਨਾਂ ਨੂੰ ਲਵਾਰਸ ਕਰ ਦੇਣਾ। ਸਾਡੀਆਂ ਇਹਨਾਂ ਚੀਜ਼ਾਂ ਦੇ ਉੱਤੇ ਸੇਵਾ ਭਾਵਨਾ ਤੇ ਦਾਸਾ ਭਾਵਨਾ ਦੇ ਨਾਲ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਜੀ। ਤਨ ਮਨ ਅਰਪੈ ਹੈ ਇਹੋ ਜਿਸ ਕਾ। ਤੇ ਇਥੋਂ ਤੱਕ ਤਨ ਤੇ ਮਨ ਵੀ ਅਰਪਣ ਕਰ ਦਵੇ ਸੱਚੇ ਸਤਿਗੁਰ ਦਾ ਜੀ। ਨਾ ਉਹ ਆਵੈ ਨਾ ਉਹ ਜਾਏ। ਇਹ ਨਹੀਂ ਜੰਮੇ ਮਰੇਗਾ, ਇਹ ਜੰਮਣ ਮਰਨ ਤੋਂ ਰਹਿਤ ਹੋ ਜਾਏਗਾ। ਇਹ ਜੂਨਾਂ ਦੇ ਵਿੱਚ ਨਾ ਆਵੇਗਾ ਤੇ ਨਾ ਜਾਵੇਗਾ, ਇਹ ਮੁਕਤ ਹੋ ਜਾਵੇਗਾ। ਨਾਨਕ ਸਾਚੇ ਸਾਚ ਸਮਾਏ। ਇਹ ਸੱਚਾ ਹੋ ਗਿਆ ਤੇ ਸੱਚ ਦੇ ਵਿੱਚ ਜਾ ਕੇ ਸਮਾ ਜਾਵੇਗਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਜੋਤ ਦੇ ਵਿੱਚ ਜੋਤ ਅਭੇਦ ਹੋ ਜਾਂਦੀ ਹੈ, ਪਾਣੀ 'ਚ ਪਾਣੀ ਅਭੇਦ ਹੋ ਜਾਂਦਾ ਹੈ, ਇਸ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਗੁਰੂ ਬਣ ਕੇ ਸਾਨੂੰ ਰਾਹ ਦੱਸ ਰਹੀ ਹੈ ਤੇ ਫਿਰ ਆਪ ਪਰਮਾਤਮਾ ਬਣ ਕੇ ਸਾਨੂੰ ਆਪਣੇ ਵਿੱਚ ਅਭੇਦ ਕਰ ਰਹੀ ਹੈ। ਨਾਨਕ ਸਾਚੇ ਸਾਚ ਸਮਾਏ। ਗੁਰੂ ਜੀ ਰਹਿਮਤ ਕਰਦੇ ਨੇ, ਜਿਹੜੇ ਸੱਚੇ ਹੋ ਗਏ ਨੇ ਉਹ ਸੱਚ ਦੇ ਵਿੱਚ ਜਾ ਕੇ ਸਮਾ ਜਾਂਦੇ ਨੇ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ, ਆਪ ਸਾਰਿਆਂ ਨੂੰ ਸੋਝੀ ਬਖਸ਼ਿਸ਼ ਕਰਨ। ਜੋ ਧੰਨ ਗੁਰਬਾਣੀ ਦੇ ਅੰਦਰ ਗੁਰੂ ਜੀ ਸਾਨੂੰ ਦੱਸ ਰਹੇ ਨੇ। ਦੇਹੋ ਸੱਜਣ ਆਸੀਸ ਰਿਆ, ਜੋ ਹੋਵੇ ਸਾਹਿਬ ਸਿਉ ਮੇਲ।